ਤੁਸੀਂ ਡਬਲ ਐਮਏ ਹੋ ਤੇ ਅਜਿਹੀ ਕਿਹੜੀ ਮਜਬੂਰੀ ਹੋਈ ਹੈ ਵੀ ਤੁਹਾਨੂੰ ਅੱਜ ਸੜਕ ਤੇ ਖਲੋ ਕੇ ਆਪਣੀ ਗੱਡੀ ਦੇ ਵਿੱਚ ਕੜੀ ਚਾਵਲ ਜਾਂ ਰਾਜਮਾ ਚਾਵਲ ਵੇਚਣੇ ਪੈ ਰਹੇ ਆ? ਇਹ ਮੋਹਾਲੀ ਦੇ ਵਿੱਚ ਟਰਾਈ ਕੀਤਾ ਕਰਨ ਦਾ, ਕਿਉਂਕਿ ਉੱਥੇ ਰਸ਼ ਜ਼ਿਆਦਾ ਪੈਂਦਾ ਹੈ, ਪਰ ਮੋਹਾਲੀ ਕਿਤੇ ਖੜਨ ਨਹੀਂ ਦਿੱਤਾ ਗਿਆ। 10 ਦਿਨ ਮੈਂ ਸਮਾਨ ਵਾਪਸ 'ਚ ਵੰਡ ਕੇ ਜਾਂਦਾ ਰਿਹਾ। ਹਾਂਜੀ, ਜਦੋਂ ਕੋਈ ਰੂਲ ਹੀ ਨਹੀਂ ਹੈਗਾ ਇਸ ਤਰ੍ਹਾਂ ਦਾ, ਮਿਲ ਕੇ ਕਾਰਪੋਰੇਸ਼ਨ ਇਜਾਜ਼ਤ ਜਾਂ ਦੇਣੀ ਜਾਂ ਨਹੀਂ ਦੇਣੀ, ਉਹ ਰੂਲ ਹੀ ਨਹੀਂ ਬਣਿਆ ਹੋਇਆ, ਤੇ ਫਿਰ ਇਹ ਰੇਹੜੀ ਯੂਨੀਅਨ ਵਾਲੇ ਕੌਣ ਹੁੰਦੇ? ਮਤਲਬ ਕਿ ਜੇ ਤੁਸੀਂ ਹੁਣ ਵੀ ਉੱਥੇ ਲਗਾਉਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਜ਼ਰੂਰ ਸਾਨੂੰ ਦੱਸੋ, ਅਸੀਂ ਨਾਲ ਚੱਲਦੇ ਹਾਂ ਤੁਹਾਡੇ। ਕਿਹੜਾ ਨਹੀਂ ਲੱਗਣ ਦਿੰਦਾ ਰੇਹੜੀ, ਅਸੀਂ ਦੇਖਦੇ ਹਾਂ ਜੀ। ਫਿਰ ਮੈਂ ਝਗੜਾ ਨਹੀਂ ਚਾਹੁੰਦਾ ਸੀਗਾ, ਝਗੜੇ ਨੂੰ ਤਾਂ ਕੀ ਗੱਲ ਸੀ ਭਾਜੀ? ਕਦੋਂ ਤੱਕ ਡਰ ਕੇ ਅਸੀਂ ਆਪਣੀ ਮਿਹਨਤ ਕਰਨੀ ਹੈ ਯਾਰ? ਅਸੀਂ ਕੋਈ ਉਹ ਥੋੜੀ ਆ ਵੀ ਹਾਂ ਜਗ੍ਹਾ ਉਹਨਾਂ ਨੇ ਰੇਹੜੀ ਯੂਨੀਅਨ ਨੇ ਆਪਣੇ ਨਾਮ ਲਗਾਈ ਵੀ ਆ ਜਾਂ ਫਿਰ ਉਹਦੇ ਜਗ੍ਹਾ ਦੇ ਪੈਸੇ ਦੇ ਰਹੇ ਆ। ਹੁਣ ਤੇ +2 ਤੋਂ ਬਾਅਦ ਨੌਜਵਾਨਾਂ ਦੇ ਦਿਲ ਦੇ ਵਿੱਚ ਇਹ ਆਉਂਦਾ ਵੀ ਯਾਰ +2 ਕਰ ਲਈ ਅਸੀਂ ਹੁਣ ਤਾਂ ਮਤਲਬ ਕਿ ਪਤਾ ਨਹੀਂ ਅਫਸਰ ਲੱਗਾਂਗੇ ਤੇ ਅਸੀਂ ਇਹ ਕੰਮ ਨਹੀਂ ਕਰ ਸਕਦੇ। ਤੇ ਤੁਹਾਡੇ ਮਨ ਦੇ ਵਿੱਚ ਬਿਲਕੁਲ ਨਹੀਂ ਇਸ ਤਰ੍ਹਾਂ ਦਾ ਆਇਆ ਵੀ ਯਾਰ ਮੈਂ ਹੁਣ ਡਬਲ ਐਮਏ ਹੋ ਗਿਆ ਤੇ ਮੈਂ ਇਹ ਕੰਮ ਕਰਾਂ? ਤੁਸੀਂ ਆਪਣੀ ਸ਼ਕਲ ਜ਼ਰੂਰ ਦਿਖਾਇਓ ਦਰਸ਼ਕਾਂ ਨੂੰ, ਤੇ ਮੈਂ ਕਹਾਂਗਾ ਭਾਜੀ ਹੋਰਾਂ ਨੂੰ ਦੇਖ ਕੇ ਇਹਨਾਂ ਦੇ ਨਾਂ ਤੇ ਆਪਣੇ ਫੋਨ ਦੇ ਉੱਤੇ ਦੇਖ ਰਹੇ ਹੋ, ਟੀਵੀ ਦੇ ਉੱਤੇ ਦੇਖ ਰਹੇ ਹੋ, ਤਾਂ ਇਹਨਾਂ ਦੇ ਨਾਂ ਦੇ ਉੱਤੇ ਬੈਠੇ ਤਾੜੀਆਂ ਲਗਾ ਦਿਓ। 15 ਸੈਕਟਰ ਦੇ ਵਿੱਚ ਵੈਂਡਰਸ ਨੂੰ ਲੋਨ ਦਿੱਤਾ ਜਾ ਰਿਹਾ ਸੀ ਜੀ, ਤੇ ਕਾਗਜ਼ ਭਰੇ ਜਾ ਰਹੇ ਸੀ। ਮੈਂ ਪੁੱਛਿਆ ਵੀ ਕਿਸ ਚੀਜ਼ ਦਾ ਲੋਨ ਹੈ, ਉਹ ਕਹਿੰਦੇ ਜਿਹੜੇ ਰਜਿਸਟਰਡ ਵੈਂਡਰ ਆ ਜਿਹਨਾਂ ਕੋਲ ਲਾਇਸੈਂਸ ਹੈ ਉਹਨੂੰ ਲੋਨ ਦਿੱਤਾ ਜਾ ਰਿਹਾ, ਤੇ ਸਾਰੇ ਦੇ ਸਾਰੇ ਗੈਰ ਪੰਜਾਬੀ ਸੀ। ਤੇ ਉਹ ਮੰਡੀ 'ਚ ਇਤਨ ਸਬਜ਼ੀ ਲੈਣ ਗਏ ਕਿਉਂਕਿ ਸਬਜ਼ੀ ਦੀ ਲੋੜ ਪੈਂਦੀ ਹੈ, ਤੇ ਉੱਥੇ ਦੇਖਿਆ ਕੋਈ ਵੀ ਬੰਦਾ ਨਾ ਹਰਿਆਣਵੀ ਸੀ ਨਾ ਪੰਜਾਬੀ ਸੀ। ਫਿਰ ਮੈਂ ਕਿਹਾ ਮੁੰਡੇ ਨੂੰ ਨਾਲ ਦੇ ਨੂੰ ਕਿਹਾ, ਮੈਂ ਕਿਹਾ ਵੀ ਤੂੰ ਹਰਿਆਣੇ ਤੋਂ ਹੈ, ਮੈਂ ਪੰਜਾਬ ਤੋਂ ਹੈ, ਸਾਡੀ ਰਾਜਧਾਨੀ ਹੈ ਤੇ ਸਾਡਾ ਇੱਥੇ ਕੋਈ ਬੰਦਾ ਹੀ ਨਹੀਂ ਬੈਠਾ ਹੈ। ਉਹ ਸਾਰੇ ਦੇ ਸਾਰੇ ਬੰਦੇ ਬਿਹਾਰ ਤੋਂ, ਯੂਪੀ ਤੋਂ, ਹੋਰ ਜਗ੍ਹਾ ਤੋਂ। ਜੀ ਬਿਲਕੁਲ ਇਹ ਚੀਜ਼ ਹੈਗੀਆਂ, ਪਰ ਮੈਂ ਇਸ ਦੇ ਵਿੱਚ ਇੰਨੀ ਕੁ ਗਲਤੀ ਮੰਨਦਾ ਵੀ ਜਾਂ ਫਿਰ ਇਹ ਚੀਜ਼ ਕੀਤੀ ਜਿਹੜੀ ਤੁਸੀਂ ਇੱਥੇ ਆ ਗਏ ਹੋ। ਮੈਨੂੰ ਲੱਗਦਾ ਵੀ ਤੁਹਾਨੂੰ ਉੱਥੇ ਹੀ ਲੜਨਾ ਚਾਹੀਦਾ ਸੀ ਯਾਰ, ਸਾਡੇ ਹੱਕ ਹੈ ਤੇ ਅਸੀਂ ਸਾਡੀ ਸਟੇਟ 'ਚੋਂ ਸਾਨੂੰ ਧੱਕੇ ਵੱਜਣਗੇ ਹੁਣ ਜੀ। ਇੱਕ ਤੇ ਗੱਡੀ ਆ ਕੇ ਰੁਕੀ ਸੀਗੀ ਜੀ, ਕੋਈ ਮਿਨਿਸਟਰ ਦੀ ਗੱਡੀ ਸੀ, ਮੈਨੂੰ ਲੱਗਾ ਸ਼ਾਇਦ ਮੈਨੂੰ ਲੱਭਦੇ ਨਾ ਕਿਤੇ ਆ ਗਏ ਹੁਣ, ਪਰ ਨਹੀਂ, ਉਹ ਮੈਨੂੰ ਨਹੀਂ ਲੱਭ ਰਿਹਾ ਸੀ, ਕਿਸੇ ਹੋਰ ਕੰਮੇ ਗਏ ਸੀਗੇ। ਸਵਾਲ ਮੇਰਾ ਇੱਕ ਹੈ ਕਿ ਵਾਰੀ ਸਵਾਲ ਚੱਕਿਆ ਜਾਂਦਾ ਜੀ ਵੀ ਗੁਰਦੁਆਰੇ ਤੇ ਸਵਾਲ ਚੱਕ ਹੋ ਜਾਂਦਾ ਵੀ ਗੁਰਦੁਆਰੇ ਜਿਹੜੇ ਲੋਕ ਗੁਰਦੁਆਰਿਆਂ ਤੇ ਪੈਸੇ ਲਾਉਂਦੇ ਆ ਜੀ, ਲੰਗਰ ਲੱਗਦੇ ਹੈਗੇ ਆ, ਇਹ ਮੰਦਿਰ ਹੈ, ਸਕੂਲ ਬਣਨੇ ਚਾਹੀਦੇ ਆ ਜੀ। ਗੁਰਦੁਆਰੇ ਹੋ ਗਏ, ਮੰਦਿਰ ਹੋ ਗਏ, ਇਹਦੀ ਜਗ੍ਹਾ ਸਕੂਲ ਬਣਨੇ ਚਾਹੀਦੇ ਆ। ਪਰ ਮੇਰਾ ਇੱਕ ਸਵਾਲ ਹੈ, ਕੀ ਅਸੀਂ ਟੈਕਸ ਗੁਰਦੁਆਰੇ ਤੇ ਮੰਦਿਰਾਂ ਨੂੰ ਦਿੰਦੇ ਹਾਂ? ਜਿਹੜੀਆਂ ਯੂਨੀਅਨਾਂ ਦੇ ਪ੍ਰਧਾਨਾਂ ਨੇ ਭਾਜੀ ਹੋਰਾਂ ਨੂੰ ਮਨਾ ਕੀਤਾ ਹੈ ਨਾ ਵੀ ਇੱਥੇ ਰੇਹੜੀ ਨਹੀਂ ਜੀ ਲਾਉਣੀ ਜਾਂ ਇੱਥੇ ਤੁਸੀਂ ਖੜ ਨਹੀਂ ਸਕਦੇ, ਤੇ ਉਹਨਾਂ ਕੋਲ ਜਾ ਕੇ ਦੇਖਿਓ ਡਾਂਗ ਚੱਕ ਲੈਂਦੇ ਆ ਜਾਂ ਫਿਰ ਗਾਲਾਂ ਕੱਢ ਕੇ ਭੇਜਦੇ ਆ। ਲੇਡੀ ਖੜੇ ਸੀ, ਕਹਿੰਦੇ ਜੀ ਚਾਵਲ ਦੇ ਦਿਓ ਜੀ ਥੋੜ੍ਹੇ ਜਿਹੇ, ਪੈਸੇ ਨਹੀਂ ਲਏ ਭਾਜੀ ਨੇ, ਦਿੱਤੇ। ਇੱਕ ਬੰਦਾ ਇੱਥੇ ਆਇਆ ਹੁਣੇ, ਕਹਿੰਦਾ ਭਾਜੀ ਕੀ ਮਤਲਬ ਕਿ ਇਹ ਤੁਸੀਂ ਵੇਚ ਰਹੇ ਹੋ ਜਾਂ ਦਾਨ ਕਰ ਰਹੇ ਹੋ? ਭਾਜੀ ਕਹਿੰਦੇ ਵੇਚ ਰਹੇ ਹਾਂ, ਵਾਪਸ ਚੱਲਿਆ ਸੀ। ਤੇ ਭਾਜੀ ਨੇ ਕਿਹਾ ਵੀ ਨਹੀਂ, ਜੇ ਤੁਸੀਂ ਖਾਣਾ ਚਾਹੁੰਦੇ ਹੋ ਤਾਂ ਖਾਓ, ਪੈਸੇ ਨਹੀਂ ਲੈਣੇ। ਤੇ ਇਹ ਆ ਸਿੱਖਾਂ ਦੀ ਖਾਸੀਅਤ। ਹੁਣ ਭਾਜੀ ਕਹਿ ਦਿੰਦੇ ਵੀ ਇਹ ਤਾਂ ਗੈਰ ਪੰਜਾਬੀ ਹੈ ਬੰਦਾ, ਉਹ ਵੀ ਗੈਰ ਪੰਜਾਬਣ ਸੀ ਵੀ ਨਹੀਂ ਜੀ ਅਸੀਂ ਨਹੀਂ ਇਹ ਕਰਨਾ, ਹਾਲਾਂਕਿ ਗੈਰ ਪੰਜਾਬੀ ਨਾਲ ਤੁਹਾਡੇ ਨਾਲ ਧੱਕਾ ਕੀਤਾ। जो भी है अगर दान कर रहे बेच रहे। अच्छा, ਤੁਸੀਂ ਖਾਣਾ ਤਾਂ ਖਾ ਸਕਦੇ ਹੋ ਜੀ, ਕੋਈ ਨਹੀਂ। ਇੱਥੇ ਕਿ ਝੁੱਗੀਆਂ ਵਾਲੇ ਬੱਚੇ ਰਹਿੰਦੇ ਆ, ਉਹ ਮੇਰੇ ਕੋਲ ਰੋਜ਼ ਆ ਜਾਂਦੇ। ਮੇਰੀ ਸ਼ੁਰੂਆਤ ਹੀ ਉੱਥੋਂ ਹੁੰਦੀ, ਨਹੀਂ ਤਾਂ ਲੋਕ ਕਹਿੰਦੇ ਹਜੇ ਬੋਣੀ ਨਹੀਂ ਕੀਤੀ। ਮੈਂ ਕਹਿੰਦਾ ਬੋਣੀ ਛੱਡੋ, ਖਾ ਗਿਆ ਬੋਣੀ ਹੋ ਗਈ, ਬਾਬੇ ਦੇ ਘਰੇ ਚਲ ਗਿਆ ਬੋਣੀ ਹੋ ਗਈ। ਜੋ ਸਾਡੇ ਗੁਰੂਆਂ ਨੇ ਵਿਚਾਰ ਬਖਸ਼ੇ ਨੇ, ਜੋ ਸਾਡੇ ਗੁਰੂਆਂ ਨੇ ਕਿਰਤ ਕਰਨ ਦਾ ਸਾਨੂੰ ਤਰੀਕਾ ਦੱਸਿਆ, ਵੰਡ ਕੇ ਛਕਣ ਦਾ ਤਰੀਕਾ ਦੱਸਿਆ, ਤਾਂ ਉਹ ਗੁਣਾਂ ਦੇ ਵਿੱਚੋਂ ਇਹ ਗੁਣ ਪੈਦਾ ਹੋਇਆ। ਮੰਨਦੇ ਹੋ ਭਾਜੀ?
ਆਮ ਤੌਰ ਤੇ ਜਦੋਂ ਵੀ ਕੋਈ ਰੇੜੀ ਫੜੀ ਜਾਂ ਸੜਕ ਦੇ ਉੱਤੇ ਕਿਸੇ ਤਰ੍ਹਾਂ ਦੀ ਸਟਾਲ ਲੱਗੀ ਵੇਖੀਦੀ ਹੈ ਤਾਂ ਉੱਥੇ ਕੋਈ ਨਾ ਕੋਈ ਉਹ ਵਿਅਕਤੀ ਨਜ਼ਰ ਆਉਂਦਾ ਹੈ ਜਿਹੜਾ ਘੱਟ ਪੜ੍ਹਿਆ ਲਿਖਿਆ ਹੁੰਦਾ ਹੈ, ਕਿਉਂਕਿ ਉਹ ਅਗਲਾ ਕਹਿੰਦਾ ਵੀ ਸਾਨੂੰ ਨੌਕਰੀ ਨਹੀਂ ਮਿਲ ਰਹੀ, ਵੀ ਅਸੀਂ ਘੱਟ ਪੜ੍ਹੇ ਹੋਏ ਹਾਂ। ਇਸ ਕਰਕੇ ਚਲੋ ਕੋਈ ਰੇੜੀ ਵਗੈਰਾ ਲਗਾਉਂਦੇ ਆ, ਕੋਈ ਸਟਾਲ ਲਗਾਉਂਦੇ ਆ, ਕੋਈ ਖਾਣ ਪੀਣ ਦਾ ਖੋਲ੍ਹਦੇ ਆ ਸੜਕ ਦੇ ਕੰਢੇ ਦੇ ਉੱਤੇ। ਪਰ ਇਹ ਕੰਢਾ ਵੀ ਸੜਕ ਦਾ ਹੈ ਤੇ ਇੱਥੇ ਇੱਕ ਸਟਾਲ ਵੀ ਛੋਟੀ ਜੀ ਲੱਗੀ ਹੋਈ ਹੈ। ਕੜੀ ਚੌਲ ਜਾਂ ਫਿਰ ਰਾਜਮਾ ਚਾਵਲ ਇੱਥੇ ਸੇਲ ਕੀਤੇ ਜਾਂਦੇ ਨੇ। ਇੱਕ ਭਾਜੀ ਨੇ, ਅੰਮ੍ਰਿਤਧਾਰੀ ਸਿੰਘ ਨੇ, ਜਿਹੜੇ ਨਾ ਤਾਂ ਅਨਪੜ੍ਹ ਨੇ ਤੇ ਨਾ ਹੀ ਇਹਨਾਂ ਨੂੰ ਕੋਈ ਸ਼ੌਂਕ ਹੈ ਜਾਂ ਫਿਰ ਇਹ ਪਹਿਲਾਂ ਤੋਂ ਹੀ ਇਹ ਕੰਮ ਕਰਦੇ ਨੇ। ਪਰ ਇਹ ਇੱਕ ਮੈਂ ਗੱਲ ਦੱਸ ਦਿਆਂ ਕਿ ਇਹ ਡਬਲ ਐਮਏ ਨੇ ਤੇ ਇੱਕ ਡਬਲ ਐਮਏ ਸਿੱਖ ਅੰਮ੍ਰਿਤਧਾਰੀ ਵੀਰ ਨੂੰ ਇਹ ਕੰਮ ਕਿਉਂ ਕਰਨਾ ਪਿਆ? ਇਹ ਮਾੜਾ ਕੰਮ ਨਹੀਂ ਹੈ, ਕਿਰਤ ਹੈ, ਕਿਰਤ ਕਰ ਰਹੇ ਆ। ਪਰ ਇੱਕ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਕਿਉਂ ਕਰਨਾ ਪੈ ਰਿਹਾ ਹੈ ਅਜਿਹਾ ਕੰਮ? ਉਹ ਇੱਕ ਵੱਡਾ ਸਵਾਲ ਹੈ। ਉਸੇ ਸਵਾਲ ਨੂੰ ਲੈ ਕੇ ਅਸੀਂ ਇਹਨਾਂ ਕੋਲ ਪਹੁੰਚੇ ਹਾਂ ਤੇ ਹੋਰ ਬਹੁਤ ਸਾਰੀਆਂ ਇਹਨਾਂ ਦੇ ਨਾਲ ਗੱਲਾਂ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਤੁਸੀਂ ਡਬਲ ਐਮਏ ਹੋ ਜੀ? ਹਾਂਜੀ। ਤੇ ਇਹ ਐਮਏ ਕਿਹੜੇ ਉਹਦੇ ਵਿੱਚ ਸਬਜੈਕਟਾਂ 'ਚ ਕੀਤੀ ਜੀ? ਮੇਰੀ ਇੱਕ ਐਮਏ ਉਰਦੂ ਦੇ ਵਿੱਚ ਹੈ ਜੀ, ਦੂਸਰੀ ਅੰਗਰੇਜ਼ੀ ਦੇ ਵਿੱਚ ਹੈ ਜੀ। ਅੱਛਾ ਜੀ। ਪਿਛਲੇ ਦਸੰਬਰ 'ਚ ਮੈਂ ਐਗਜ਼ਾਮ ਦਿੱਤਾ ਸੀਗਾ, ਜਿਹੜਾ 4 ਨੰਬਰ ਤੋਂ ਨੈਟ ਦਾ ਐਗਜ਼ਾਮ ਰਹਿ ਗਿਆ, ਜਿਸ ਤੋਂ ਬਾਅਦ ਅਸਿਸਟੈਂਟ ਪ੍ਰੋਫੈਸਰ ਲੱਗਦਾ। ਕਿਉਂਕਿ ਇਹ ਤੋਂ ਪਹਿਲਾਂ ਮੈਂ ਸਿਵਲ ਸਰਵਿਸ ਦੀ ਤਿਆਰੀ ਕਰਦਾ ਸੀਗਾ, UPSC ਸਿਵਲ ਸਰਵਿਸ ਦੀ 2 ਵਾਰ ਇੰਟਰਵਿਊ ਦਿੱਤੀ ਹੈ, ਇੰਟਰਵਿਊ ਫੇਸ ਕੀਤੀ ਹੈ। ਜੀ 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 ਜੀ। ਹਾਂਜੀ। ਤੁਸੀਂ ਡਬਲ ਐਮਏ ਹੋ ਤੇ ਅਜਿਹੀ ਕਿਹੜੀ ਮਜਬੂਰੀ ਹੋਈ ਹੈ ਵੀ ਤੁਹਾਨੂੰ ਅੱਜ ਸੜਕ ਤੇ ਖਲੋ ਕੇ ਆਪਣੀ ਗੱਡੀ ਦੇ ਵਿੱਚ ਕੜੀ ਚਾਵਲ ਜਾਂ ਰਾਜਮਾ ਚਾਵਲ ਵੇਚਣੇ ਪੈ ਰਹੇ ਆ ਜੀ? ਮੈਂ ਟਿਊਸ਼ਨ ਵਰਕ ਕਰਦਾ ਸੀਗਾ ਜੀ ਪਹਿਲਾਂ, ਨਾਲ ਸਿਵਲ ਸਰਵਿਸ ਦੀ ਤਿਆਰੀ ਕਰਦਾ ਸੀਗਾ। ਪਰ ਲੋਕਡਾਊਨ ਤੋਂ ਬਾਅਦ ਉਹ ਟਿਊਸ਼ਨ ਵਰਕ ਬੰਦ ਹੋ ਗਿਆ ਕਿਉਂਕਿ ਸਕੂਲ ਹੀ ਬੰਦ ਪਏ ਨੇ। ਹਾਂਜੀ। ਤੇ ਇਹਦੇ ਕਰਕੇ ਫਿਰ ਇਹ ਮੁਸ਼ਕਿਲ ਹੋ ਗਈ ਆ। ਤਾਂ ਫਿਰ ਮੈਂ ਗਵਰਨਰ ਸਾਹਿਬ ਨੂੰ ਚਿੱਠੀ ਲਿਖੀ ਸੀ ਕਿ ਮੈਂ ਬੇਰੁਜ਼ਗਾਰ ਹੋ ਗਿਆ, ਮੇਰੇ ਕੋਲ ਕੰਮ ਦਾ ਹੱਲ ਕੀਤਾ ਜਾਵੇ, ਨਹੀਂ ਮੈਨੂੰ ਕੁਝ ਵੇਚਣ ਦੀ ਪਰਮਿਸ਼ਨ ਦਿੱਤੀ ਜਾਵੇ। ਉਹ ਚਿੱਠੀ ਨੇ ਕੋਈ ਜਵਾਬ ਨਹੀਂ ਦਿੱਤਾ। ਮੈਂ ਆਪਣੇ ਫੇਸਬੁੱਕ ਦੇ ਉੱਤੇ ਉਹ ਚਿੱਠੀ ਪੋਸਟ ਕਰ ਦਿੱਤੀ। ਉਸ ਤੋਂ ਬਾਅਦ ਸਾਰੇ ਮੀਡੀਆ ਦੇ ਵਿੱਚ ਉਹ ਫੈਲ ਗਈ ਤੇ ਫਿਰ ਕੁਝ ਨਹੀਂ ਮਿਲਿਆ ਤੇ ਮੈਂ ਇਹ ਕੰਮ ਸ਼ੁਰੂ ਕੀਤਾ। ਇਹ ਮੋਹਾਲੀ ਦੇ ਵਿੱਚ ਟਰਾਈ ਕੀਤਾ ਕਰਨ ਦਾ, ਕਿਉਂਕਿ ਉੱਥੇ ਰਸ਼ ਜ਼ਿਆਦਾ ਪੈਂਦਾ ਹੈ, ਪਰ ਮੋਹਾਲੀ ਕਿਤੇ ਖੜਨ ਨਹੀਂ ਦਿੱਤਾ ਗਿਆ। 10 ਦਿਨ ਮੈਂ ਸਮਾਨ ਵਾਪਸ 'ਚ ਵੰਡ ਕੇ ਜਾਂਦਾ ਰਿਹਾ ਤੇ ਕਿਤੇ ਨਹੀਂ ਖੜਨ ਦਿੱਤਾ ਗਿਆ। ਫਿਰ ਆਖਿਰ ਆ ਕੇ ਪਿਛਲੇ ਮੰਗਲਵਾਰ ਫਿਰ ਮੈਂ ਇੱਥੇ ਆ ਗਿਆ। ਇਹ ਮੇਰਾ 6ਵਾਂ ਦਿਨ ਹੈਗਾ। 4 ਦਿਨ ਮੈਂ ਪਿਛਲੇ ਹਫਤੇ ਲਗਾਇਆ, ਫਿਰ ਲੋਕਡਾਊਨ ਆ ਗਿਆ ਸੀਗਾ, 2 ਦਿਨ ਦਾ ਇਹ ਲਗਾਇਆ ਜੀ। ਸੋ ਬਿਲਕੁਲ ਅਸੀਂ ਇਹਨਾਂ ਦਾ ਕੰਮ ਵੀ ਨਹੀਂ ਰੋਕਣਾ ਚਾਹੁੰਦੇ। ਗ੍ਰਾਹਕ ਆਏ ਨੇ ਜੀ, ਹੈ ਨਾ ਜੀ, ਜ਼ਰੂਰ ਹੈਂਡਲ ਕੀਤੇ ਜਾਣ। ਪਰ ਸਵਾਲ ਵੱਡੇ ਨੇ ਵੀ ਇੱਕ ਡਬਲ ਐਮਏ ਕੀਤੀ ਹੋਈ ਹੈ ਤੇ ਗਵਰਨਰ ਸਾਹਿਬ ਨੂੰ ਚਿੱਠੀ ਵੀ ਲਿਖ ਚੁੱਕੇ ਨੇ। ਸ਼ਾਇਦ ਉਮੀਦਾਂ ਹੋਣਗੀਆਂ ਭਾਜੀ ਨੂੰ ਬਈ ਚਿੱਠੀ ਦਾ ਜਵਾਬ ਜ਼ਰੂਰ ਆਏਗਾ, ਪਰ ਇਸ ਵੇਲੇ ਆਪਣੇ ਗ੍ਰਾਹਕਾਂ ਨੂੰ ਹੈਂਡਲ ਕਰ ਰਹੇ ਨੇ। ਕਿਉਂਕਿ ਅਸੀਂ ਨਹੀਂ ਚਾਹੁੰਦੇ ਵੀ ਸਿਰਫ ਇੰਟਰਵਿਊ ਕੀਤੀ ਜਾਵੇ ਤੇ ਅਸੀਂ 10-15 ਮਿੰਟ 20 ਮਿੰਟ ਇੱਥੇ ਲਗਾ ਲਈਏ ਤੇ ਗਾਹਕ ਚਲੇ ਜਾਣ। ਮੰਦੀ ਦਾ ਦੌਰ ਹੈ, ਮਜਬੂਰੀ ਹੈ ਭਾਜੀ ਦੀ, ਬੱਚੇ ਵੀ ਹੋਣਗੇ, ਪਰਿਵਾਰ ਹੋਏਗਾ। ਉਹ ਪਾਪੀ ਪੇਟ ਦਾ ਸਵਾਲ ਹੋਣ ਕਰਕੇ ਜਿਹੜਾ ਉਹਨਾਂ ਨੂੰ ਇਹ ਕੰਮ ਕਰਨਾ ਪਿਆ। ਪਰ ਤਰਾਸਦੀ ਹੈ, ਸਵਾਲ ਸਰਕਾਰਾਂ ਤੇ ਖੜੇ ਹੁੰਦੇ ਨੇ ਕਿ ਇੱਕ ਯਾਰ ਡਬਲ ਐਮਏ ਬੰਦਾ ਉਰਦੂ ਦੀ ਐਮਏ ਕੀਤੀ ਹੈ, ਇੰਗਲਿਸ਼ ਦੀ ਐਮਏ ਕੀਤੀ ਹੈ, ਤੇ ਇੱਕ ਸਵਾਲ ਇਹ ਵੀ ਹੈ ਵੀ ਚਿੱਠੀ ਲਿਖਣ ਦੇ ਬਾਵਜੂਦ ਵੀ ਕੋਈ ਵੀ ਰਿਪਲਾਈ ਨਾ ਆਉਣਾ ਸਿਸਟਮ ਦੇ ਉੱਤੇ ਵੱਡੇ ਸਵਾਲ ਨੇ। ਜਿੱਥੇ ਸਿਸਟਮ ਦੇ ਉੱਤੇ ਵੱਡੇ ਸਵਾਲ ਨੇ ਤਾਂ ਉੱਥੇ ਸਿੱਖ ਸੰਸਥਾਵਾਂ ਦੇ ਉੱਤੇ ਵੀ ਵੱਡੇ ਸਵਾਲ ਨੇ। ਵੱਡੀਆਂ ਸਿੱਖ ਸੰਸਥਾਵਾਂ ਨੇ, ਵੱਡੀਆਂ ਜਥੇਬੰਦੀਆਂ ਨੇ ਜਿਹੜੀਆਂ ਕਹਿੰਦੀਆਂ ਨੇ ਵੀ ਆਪਾਂ ਸਿੱਖ ਬੱਚਿਆਂ ਨੂੰ ਜਾਂ ਸਿੱਖ ਨੌਜਵਾਨਾਂ ਨੂੰ ਜਾਂ ਸਿੱਖ ਪੜ੍ਹੇ ਲਿਖੇ ਵਿਅਕਤੀਆਂ ਨੂੰ, ਸਿੱਖਾਂ ਨੂੰ ਰੁਲਣ ਨਹੀਂ ਦੇਣਾ। ਪਰ ਇਹ ਵੀਰ ਜੀ ਗੁਰੂ ਨਾਨਕ ਦੀ ਕਿਰਤ ਕਰਦੇ ਨੇ। ਉਹਨਾਂ ਨੌਜਵਾਨਾਂ ਨੂੰ ਵੀ ਸੇਧ ਲੈਣ ਦੀ ਲੋੜ ਹੈ ਜਿਹੜੇ ਨੌਜਵਾਨ 12 ਪੜ੍ਹਨ ਤੋਂ ਬਾਅਦ ਕਹਿੰਦੇ ਆ ਵੀ ਨਹੀਂ ਯਾਰ, ਜੇ ਉਹਨਾਂ ਨੂੰ ਕਹੀਏ ਵੀ ਤੂੰ ਬਈ ਇਹ ਸਟਾਲ ਲਗਾ ਲਾ, ਇਸ ਤਰ੍ਹਾਂ ਦਾ ਕੁਝ ਕਰ ਲਾ, ਤਾਂ ਕਹਿਣਗੇ ਨਹੀਂ ਇਹ ਕੰਮ ਨਹੀਂ ਕਰਨਾ, ਬੇਇੱਜ਼ਤੀ ਹੁੰਦੀ ਹੈ। ਤੇ ਪਰ ਇਹ ਕਰੀ ਜਾ ਰਹੇ ਨੇ। ਸੋ ਗ੍ਰਾਹਕ ਪਹੁੰਚੇ ਨੇ। ਕਿੱਥੋਂ ਆਏ ਹੋ ਜੀ ਤੁਸੀਂ? ਧਨਾਸ ਤੋਂ ਜੀ। ਧਨਾਸ ਤੋਂ। ਕੀ ਨਾਮ ਹੈ ਤੁਹਾਡਾ? ਰਸ਼ਮੀ। ਪਹਿਲੀ ਵਾਰ ਆਏ ਹੋ? ਹਾਂਜੀ, ਪਹਿਲੀ ਵਾਰ ਆਇਆ। ਖਾਸ ਇਹਨਾਂ ਦੇ ਕੋਲ ਆਏ ਹੋ ਜਾਂ ਫਿਰ ਮਤਲਬ ਕਿ ਵੈਸੇ ਲੈਣ ਆਏ ਸੀਗੇ ਤਾਂ ਇਹ ਮਿਲ ਗਏ?
ਨਹੀਂ ਜੀ ਅਸੀਂ ਉੱਥੇ ਲੰਘ ਰਹੇ ਸੀਗੇ ਹੁਣੇ ਮਾਰਕੀਟ ਗਏ ਸੀਗੇ ਤੇ ਅਸੀਂ ਬੋਰਡ ਪੜਿਆ ਤਾਂ ਸੀਗਾ ਇੱਥੋਂ ਕੜੀ ਚਾਵਲ ਖਾ ਕੇ ਜਾਵਾਂਗੇ। ਮੈਂ ਵੀ ਤਰ੍ਹਾਂ ਸੇ ਰਹਿੰਦਾ ਜੀ। ਜੀ ਤੇ ਮੈਡਮ ਕਿੰਨਾ ਕੁ ਤੁਸੀਂ ਮਿਲ ਕੇ ਕੰਮ ਕਰਦੇ ਹੋ, ਹਾਊਸ ਵਾਈਫ ਜਾਂ? ਨਹੀਂ ਮੈਂ ਹਾਊਸ ਵਾਈਫ ਹਾਂ। ਤੇ ਮੈਡਮ ਇਹਨਾਂ ਬਾਰੇ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਦਾ ਵੀ ਇਹ ਡਬਲ ਐਮਏ ਨੇ ਜੀ, ਉਰਦੂ ਦੀ ਐਮਏ ਕੀਤੀ ਹੋਈ ਹੈ, ਇੰਗਲਿਸ਼ ਦੀ ਐਮਏ ਕੀਤੀ ਹੋਈ ਹੈ, ਫਿਰ ਵੀ ਦੇਖੋ ਜੀ ਇਹ ਕੜੀ ਚਾਵਲ ਵੇਚ ਰਹੇ ਨੇ, ਕੀ ਕਹਿਣਾ ਚਾਹੋਗੇ? ਮੈਂ ਵੀ ਕੰਮ ਹੀ ਕਰਦੀ ਆ ਵੈਸੇ ਜੀ ਮੈਂ ਵੀ ਇਵੈਂਟ ਆਰਗੇਨਾਈਜ਼ ਕਰਦੇ ਸੀਗੇ ਅਸੀਂ ਹੂੰ ਮਤਲਬ ਫਿਲਹਾਲ ਲੋਕਡਾਊਨ ਤੋਂ ਸਾਡਾ ਵੀ ਆਫਿਸ ਬੰਦ ਪਿਆ ਆ। ਮੈਂ ਵੀ ਗ੍ਰੈਜੂਏਟ ਆ ਤੇ ਮੈਂ ਵੀ ਸੋਚਦੀ ਆ ਕੁਛ ਨਾ ਕੁਛ ਕਰਨ ਦਾ, ਪਰ ਐਦਾਂ ਸੋਚ ਕੇ ਫਿਰ ਉਹ ਹੋ ਜਾਂਦਾ ਨਾ ਕਿ ਕੁਛ ਰਿਸਪੌਂਸ ਅੱਗੇ ਮਿਲੇਗਾ ਨਹੀਂ ਮਿਲੇਗਾ, ਪਤਾ ਨਹੀਂ ਕੀ ਚੱਲਣਾ ਕਿ ਨਹੀਂ ਚੱਲਣਾ, ਤਾਂ ਕਰਕੇ ਬਸ ਬੈਠ ਜਾਂਦੇ ਹਾਂ ਚੁੱਪ ਕਰਕੇ। ਪਰ ਇਹ ਵਧੀਆ ਕੰਮ ਹੈ। ਉਹਨਾਂ ਨੌਜਵਾਨਾਂ ਨੂੰ ਕਿਵੇਂ ਵੇਖਦੇ ਹੋ ਜਿਹੜੇ 12ਵੀਂ ਪਾਸ ਕਰਨ ਤੋਂ ਬਾਅਦ ਕਹਿੰਦੇ ਵੀ ਨਹੀਂ ਯਾਰ ਇਹ ਕੰਮ ਨਹੀਂ ਕਰਨਾ, ਸ਼ਰਮ ਆਉਂਦੀ ਹੈ? ਨਹੀਂ ਜੀ ਇਹਦੇ 'ਚ ਤਾਂ ਕੋਈ ਸ਼ਰਮ ਦੀ ਵਾਲੀ ਗੱਲ ਨਹੀਂ ਹੈਗੀ, ਇਹ ਤਾਂ ਇੱਕ ਮਿਹਨਤ ਹੈ। ਬਾਕੀ ਸਰਕਾਰ ਨੂੰ ਵੀ ਸੋਚਣਾ ਚਾਹੀਦਾ, ਜਿਹੜੇ ਪੜ੍ਹੇ ਲਿਖੇ ਬੱਚੇ ਨੇ ਉਹਨਾਂ ਲਈ ਨੌਕਰੀਆਂ ਪ੍ਰੋਵਾਈਡ ਕਰਨੀਆਂ ਚਾਹੀਦੀਆਂ ਉਹਨਾਂ ਨੂੰ। ਚਲੋ ਬਹੁਤ ਸ਼ੁਕਰੀਆ ਜੀ, ਹਾਂਜੀ ਥੈਂਕ ਯੂ। ਥੈਂਕ ਯੂ। ਸੋ ਭਾਜੀ ਨਾਲ ਗੱਲਬਾਤ ਕਰਦੇ ਹਾਂ ਫਿਰ। ਬਾਈ ਜੀ ਮਾਫ ਕਰਨਾ ਮੈਂ ਨਾਮ ਨਹੀਂ ਤੁਹਾਡਾ ਉਸ ਸਮੇਂ ਪੁੱਛ ਸਕਿਆ। ਸਨੀ ਸਿੰਘ। ਸਨੀ ਸਿੰਘ। ਸਨੀ ਸਿੰਘ ਜੀ ਇਹ ਠੀਕ ਹੈ ਤੁਸੀਂ ਗੁਰੂ ਨਾਨਕ ਦੀ ਕਿਰਤ ਕਰੀ ਜਾ ਰਹੇ ਹੋ ਤੇ ਹੁਣ ਮੀਡੀਆ ਦੇ ਵਿੱਚ ਵੀ ਗੱਲਾਂ ਆਈਆਂ, ਕੀ ਹੁਣ ਵੀ ਕਿਸੇ ਸਰਕਾਰੀ ਬੰਦੇ ਨੇ ਜਾਂ ਫਿਰ ਸਿੱਖ ਸੰਸਥਾਵਾਂ ਦੇ ਆਗੂ ਵਗੈਰਾ ਤੁਹਾਡੇ ਤੱਕ ਨਹੀਂ ਅਪਰੋਚ ਕੀਤੀ ਕਿਸੇ ਨੇ ਜੀ? ਨਹੀਂ ਜੀ ਕੋਈ ਅਪਰੋਚ ਨਹੀਂ ਹੋਈ। ਇੱਕ ਫੋਨ ਆਇਆ ਸੀਗਾ ਜੀ, ਮੈਂ ਨਾਮ ਉਹਨਾਂ ਦਾ ਭੁੱਲ ਗਿਆ, ਤੇ ਉਹ ਕਹਿੰਦੇ ਤੁਹਾਡੀ ਹੈਲਪ ਕਰਦੇ ਹਾਂ ਕਿਉਂਕਿ ਇੱਥੇ ਪੰਜਾਬੀ ਬੰਦੇ ਨੂੰ ਰੋਕਿਆ ਜਾ ਰਿਹਾ ਗੈਰ ਪੰਜਾਬੀਆਂ ਵੱਲੋਂ, ਤੇ ਉਹ ਕਹਿੰਦੇ ਤੁਹਾਡੀ ਉਹ ਮਦਦ ਕਰ ਦਾਂਗੇ ਤੁਸੀਂ ਇੱਥੇ ਲਗਾਣੀ ਚਾਹੋ। ਕਿਵੇਂ ਕਿਸ ਤਰ੍ਹਾਂ ਦੱਸਿਓ ਮਾੜਾ ਜਿਹਾ ਖੁੱਲ੍ਹ ਕੇ। ਮੈਨੂੰ ਫੋਨ ਆਇਆ ਸੀਗਾ, ਮੈਨੂੰ ਨਾਮ ਨਹੀਂ ਪਤਾ ਕਿਉਂਕਿ ਜਿਸ ਦਿਨ ਦਾ ਸ਼ਨੀਵਾਰ ਤੋਂ ਜਦੋਂ ਗੁਰਪ੍ਰੀਤ ਸਿੰਘ ਸੋਤਾ ਨੇ ਇਹ ਸ਼ੇਅਰ ਕੀਤੀ ਹੈ ਪੋਸਟ ਉਹਨਾਂ ਨੇ ਪਾਈ ਆ ਗਵਰਨਰ ਸਾਹਿਬ ਵਾਲੀ ਚਿੱਠੀ ਇੰਟਰਪ੍ਰੀਟ ਕਰਕੇ, ਉਹਦੇ ਦਿਨ ਤੋਂ ਮੈਨੂੰ ਕਾਲ ਆ ਰਿਹਾ ਜੀ, ਮੇਰਾ ਫੋਨ ਬੰਦ ਨਹੀਂ ਹੋਇਆ, ਲਗਾਤਾਰ ਇੱਕ ਫੋਨ ਚੱਲਦਾ, 2 ਵੇਟਿੰਗ 'ਚ ਆ ਜਾਂਦੇ। ਨਹੀਂ ਜਿਹੜਾ ਤੁਸੀਂ ਮਨਾ ਕਰਨ ਦੀ ਗੱਲ ਕੀਤੀ ਆ ਵੀ ਰੋਕਿਆ ਗਿਆ, ਤੁਹਾਨੂੰ ਕੌਣ ਰੋਕ ਰਿਹਾ ਜੀ? ਰੋਕਣ ਦਾ ਇਹ ਸੀਗਾ ਜੀ, ਮੈਂ ਕਿਸੇ ਕੰਮ ਨਾਲ ਗਿਆ ਸੀਗਾ ਜੀ ਮੋਹਾਲੀ 7 ਫੇਸ, ਉੱਥੇ ਮੈਂ ਦੇਖਿਆ ਰਸ਼ ਹੈਗਾ ਕਾਫੀ, ਤੇ ਲੰਚ ਦਾ ਕੰਮ ਹੈਗਾ, ਥੋੜੀ ਦੇਰ ਦਾ ਕੰਮ ਹੈ 2-3 ਘੰਟੇ ਦਾ, ਤੇ ਆਪਾਂ ਕਰਕੇ ਆਪਣਾ ਅਰਨਿੰਗ ਕਰ ਸਕਦੇ ਹੈਗੇ ਕਿਉਂਕਿ ਮੈਨੂੰ ਪੜ੍ਹਨ ਲਿਖਣ ਦਾ ਸ਼ੌਂਕ ਹੈ, ਤੇ ਮੈਂ ਪੜ੍ਹੇ ਬਿਨਾਂ ਲਿਖੇ ਬਿਨਾਂ ਮੈਂ ਰੋਜ਼ ਲਿਖਣਾ ਵੀ ਹੱਥ ਨਾਲ ਤੇ ਰੋਜ਼ ਪੜ੍ਹਨਾ ਵੀ ਆ, ਤੇ 2 ਕੰਮਾਂ ਤੋਂ ਬਿਨਾਂ ਮੈਨੂੰ ਨੀਂਦ ਨਹੀਂ ਆਉਂਦੀ, ਮੈਂ ਰੀਡਿੰਗ ਤੋਂ ਬਿਨਾਂ ਮੈਨੂੰ ਨੀਂਦ ਨਹੀਂ ਆਉਂਦੀ, ਤੇ ਮੈਂ ਕਿਹਾ ਵੀ ਇਹ ਟਾਈਮ ਮਿਲ ਜਾਏਗਾ ਮੈਂ ਪੜ੍ਹ ਵੀ ਲਾਂਗਾ, ਮੇਰੇ ਅੱਗੇ ਨੈਟ ਦੀ ਤਿਆਰੀ ਆ, ਮੈਂ PCS ਦਾ ਅਪਲਾਈ ਕੀਤਾ ਹੋਇਆ, ਮੈਂ PCS ਦਾ ਫਾਰਮ ਭਰ ਲਾਂਗਾ, ਤੇ ਇਹ ਟਾਈਮ ਠੀਕ ਸੀਗਾ, ਮੈਨੂੰ ਟਾਈਮ ਮਿਲ ਜਾਏਗਾ ਵੀ ਸਵੇਰੇ ਕੰਮ ਕਰ ਲਿਆ, ਕਿਉਂਕਿ ਟੀਚਿੰਗ ਦੇ ਵਿੱਚ ਵੀ ਇਹੀ ਹੁੰਦਾ ਕਿ 3 ਵਜੇ ਤੱਕ ਡਿਊਟੀ ਹੁੰਦੀ ਹੈ, ਸ਼ਾਮ ਤੁਹਾਡੀ ਫ੍ਰੀ ਹੁੰਦੀ ਹੈਗੀ, ਤੇ ਉਹ ਮੈਂ ਸੋਚਿਆ, ਤੇ ਪਰ ਉੱਥੇ ਮੈਨੂੰ ਖੜ੍ਹ ਨਹੀਂ ਦਿੱਤਾ ਗਿਆ ਮੇਨ ਰਸ਼। ਉਹ ਕਹਿੰਦੇ ਵੀ ਕਾਰਪੋਰੇਸ਼ਨ ਤੋਂ ਲਿਖਾ ਕੇ ਲਿਆਓ, ਕਾਰਪੋਰੇਸ਼ਨ ਦੇ ਵਿੱਚ ਗਏ, ਕਾਰਪੋਰੇਸ਼ਨ ਕੋਲ ਇਦਾਂ ਦਾ ਕੋਈ ਪ੍ਰੋਸੀਜਰ ਨਹੀਂ ਹੈ, ਸਿਰਫ ਮੋਹਾਲੀ ਕਾਰਪੋਰੇਸ਼ਨ ਨਹੀਂ, ਚੰਡੀਗੜ੍ਹ ਕਾਰਪੋਰੇਸ਼ਨ ਜਾਂ ਕੋਈ ਵੀ ਕਾਰਪੋਰੇਸ਼ਨ ਹੈ ਉਹਦੇ ਕੋਲ ਕੋਈ ਪ੍ਰੋਸੀਜਰ ਨਹੀਂ ਹੈ। ਕਾਰਪੋਰੇਸ਼ਨ ਦਾ ਪ੍ਰੋਸੈਸ ਇਹ ਹੈ ਕਿ ਤੁਸੀਂ 2 ਸਾਲ 1.5 ਸਾਲ 2.5 ਸਾਲ ਖੜੋ, ਤੁਹਾਡੇ ਵਾਰ-ਵਾਰ ਚਲਾਨ ਕੱਟੇ ਜਾਣਗੇ, ਤੇ ਉਹਨਾਂ ਤੋਂ ਬਾਅਦ ਫਿਰ ਸਾਨੂੰ ਲੱਗੇਗਾ ਕਿ ਹਾਂ ਕਾਰਪੋਰੇਸ਼ਨ ਮਹਿਸੂਸ ਕਰੇਗੀ ਕਿ ਹਾਂ ਇਹ ਸੱਚੀ ਪੱਕਾ ਵੈਂਡਰ ਹੈ, ਫਿਰ ਮੇਰੀ ਰਜਿਸਟ੍ਰੇਸ਼ਨ ਹੋਏਗੀ, ਉਹਦਾ ਸਰਵੇ ਹੋਏਗਾ, ਸਰਵੇ ਤੋਂ ਬਾਅਦ ਰਜਿਸਟ੍ਰੇਸ਼ਨ ਹੋਏਗੀ, ਰਜਿਸਟ੍ਰੇਸ਼ਨ ਤੋਂ ਬਾਅਦ ਫਿਰ ਜਾ ਕੇ ਮੈਨੂੰ ਕਿਤੇ ਮੈਨੂੰ ਆਇਡੈਂਟੀ ਕਾਰਡ ਮਿਲੇਗਾ। ਲਾਇਸੈਂਸ ਹਜੇ ਮੋਹਾਲੀ 'ਚ ਕਿਸੇ ਵੀ ਵੈਂਡਰ ਨੂੰ ਨਹੀਂ ਮਿਲਿਆ। ਅੱਛਾ ਜੀ। ਹਾਂਜੀ, ਕਿਸੇ ਕੋਲ ਵੀ ਹੈ ਨਹੀਂਗਾ, ਤੇ ਉਹ ਇਸ ਕਰਕੇ ਜਿਹੜਾ ਵੈਂਡਰ ਯੂਨੀਅਨ ਦਾ ਪ੍ਰਧਾਨ ਸੀ ਉਹ ਕਹਿ ਰਿਹਾ ਤੁਸੀਂ ਕਾਰਪੋਰੇਸ਼ਨ ਕੋਲ ਜਾਓ, ਕਾਰਪੋਰੇਸ਼ਨ ਕਹਿ ਰਹੀ ਤੁਸੀਂ ਤੁਹਾਨੂੰ ਤੰਗ ਨਹੀਂ ਕਰਦੇ, ਆਪਣੇ ਰਿਸਕ ਤੇ ਲਗਾ ਲਓ ਕਿਉਂਕਿ ਲੋਕਡਾਊਨ ਹੋਇਆ ਅਸੀਂ ਵੀ ਸਮਝਦੇ ਹਾਂ, ਪਰ ਅਸੀਂ ਤੁਹਾਨੂੰ ਲਿਖਤੀ ਰੂਪ 'ਚ ਕੁਝ ਨਹੀਂ ਦੇ ਸਕਦੇ। ਪਰ ਜਿੱਥੇ ਬਾਕੀ ਵੈਂਡਰ ਖੜੇ ਨੇ ਉਹ ਕਹਿੰਦੇ ਨਹੀਂ ਜੀ ਅਸੀਂ ਪਹਿਲਾਂ ਤੋਂ ਖੜਦੇ ਹਾਂ, ਤੁਸੀਂ ਐਵੇਂ ਖੜ ਨਹੀਂ ਸਕਦੇ, ਕਾਰਪੋਰੇਸ਼ਨ ਤੋਂ ਲਿਖਾ ਕੇ ਲਿਆਓ। ਜਦ ਰੂਲ ਹੀ ਨਹੀਂ ਹੈਗਾ ਕਾਰਪੋਰੇਸ਼ਨ ਲਿਖ ਕੇ ਦੇਗੀ, ਮੈਂ ਤੰਗ ਆ ਗਿਆ ਜੀ। ਇੱਕ ਦਿਨ ਮੈਂ ਇਹ ਗੱਡੀ ਦੀ ਰੀਡਿੰਗ ਦੇਖ ਲੈਣਾ ਤੁਸੀਂ, ਮੈਂ 50-60 ਕਿਲੋਮੀਟਰ ਗੱਡੀ ਚਲਾਈ, ਮੈਂ ਉੱਥੋਂ 7 ਫੇਸ ਤੋਂ ਨਿਕਲਿਆ, 7 ਫੇਸ ਇੰਡਸਟਰੀਅਲ ਏਰੀਆ, 5 ਫੇਸ ਖਰੜ ਘੁੰਮਦਾ ਇੱਥੇ ਆ ਗਿਆ ਤਾਂ ਇੱਥੇ ਮੇਰਾ ਸਮਾਨ ਵਿਕ ਗਿਆ। ਮੈਂ ਪਿਛਲੇ ਹਫਤੇ 4 ਦਿਨ ਇੱਥੇ ਖੜਿਆ, ਸ਼ਨੀਵਾਰ ਐਤਵਾਰ ਲੋਕਡਾਊਨ ਹੋ ਗਿਆ, ਕੱਲ ਵੀ ਮੈਂ ਆਇਆ ਸੀ ਇੱਥੇ, ਅੱਜ ਵੀ ਆਇਆ। ਅੱਜ ਤੁਸੀਂ ਦੇਖ ਰਹੇ ਕਸਟਮਰ ਆ ਰਹੇ ਆ, ਦੇਖ ਰਹੇ ਹੈਗੇ ਬੋਰਡ ਦੇਖ ਕੇ ਆ ਰਹੇ ਹੈਗੇ, ਖਾ ਕੇ ਪਸੰਦ ਕਰ ਰਹੇ। ਬਿਲਕੁਲ ਮੁੱਲਾਂਪੁਰ ਗਰੀਬਦਾਸ ਹੈਗਾ ਇਹ, ਮੁੱਲਾਂਪੁਰ ਗਰੀਬਦਾਸ ਚੰਡੀਗੜ੍ਹ ਦੇ ਬਿਲਕੁਲ ਨਾਲ ਪੈਂਦਾ ਹੈ ਜੀ। ਉੱਥੇ ਭਾਜੀ ਖੜਦੇ ਆ, ਰਤਵਾੜਾ ਸਾਹਿਬ ਦਾ ਜਿਹੜਾ ਗੇਟ ਹੈਗਾ ਉਹਦੇ ਬਿਲਕੁਲ ਕਾਰਨਰ ਦੇ ਉੱਤੇ, ਪਰ ਇੱਕ ਤਰਾਸਦੀ ਵੱਡੀ ਹੈ ਵੀ ਯਾਰ ਇੱਕ ਦੁਖਾਂਤ ਵੀ ਹੈ ਤੇ ਇੱਕ ਅਫਸੋਸ ਵੀ ਹੈ ਵੀ ਕੈਪਟਨ ਅਮਰਿੰਦਰ ਸਿੰਘ ਜੀ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਹੋ ਤੇ ਤੁਹਾਡੇ ਅੰਡਰ ਪੰਜਾਬ ਚੱਲ ਰਿਹਾ ਜਾਂ ਫਿਰ ਰੇਹੜੀ ਯੂਨੀਅਨਾਂ ਦੇ ਅੰਡਰ ਚੱਲ ਰਿਹਾ? ਰੇਹੜੀ ਯੂਨੀਅਨ ਵਾਲਿਆਂ ਨੇ ਤੁਹਾਨੂੰ ਰੋਕਿਆ ਜੀ? ਰੇਹੜੀ ਯੂਨੀਅਨ ਵਾਲਿਆਂ ਨੂੰ ਦੇ ਪ੍ਰਧਾਨ ਨੇ ਉਹਦੇ? ਜੀ ਨਾਮ ਪਤਾ ਜੀ ਕੁਛ? ਕੋਈ ਨਾਮ ਨਹੀਂ ਮੈਨੂੰ ਪਤਾ ਜੀ। ਉਹਦਾ ਅਸਲ 'ਚ ਕੀ ਹੋਇਆ, ਜਦੋਂ ਅਸੀਂ ਖੜ ਗਏ ਨਾ ਜਾ ਕੇ, ਉਹ 5-6 ਬੰਦੇ ਚੜ੍ਹ ਕੇ ਆ ਗਏ। ਅੱਛਾ ਜੀ। ਉਹ ਆਏ ਤਾਂ ਹੁਣ ਪਤਾ ਨਹੀਂ ਸਮਾਨ ਚੱਕਣ ਸੀ ਜਾਂ ਸਾਨੂੰ ਮਾਰਨ ਕੁੱਟਣ ਆਏ ਸੀਗੇ, ਪਰ ਰੁਕ ਗਏ, ਪਤਾ ਨਹੀਂ ਕੀ ਦੇਖ ਕੇ ਰੁਕ ਗਏ, ਬਾਬੇ ਦੀ ਕਿਰਪਾ ਹੋਈ, ਤੇ ਹੁਣ ਸਾਨੂੰ ਕੁਛ ਗਿਆ ਨਹੀਂ, ਕਹਿੰਦੇ ਇੱਦਾਂ ਨਹੀਂ ਤੁਸੀਂ ਲਗਾ ਸਕਦੇ, ਉੱਥੋਂ ਲਿਖਾ ਕੇ ਲਿਆਓ। ਮੈਂ ਉਹਨੂੰ ਕਿਹਾ, ਮੈਂ ਕਿ ਤੁਹਾਡੇ ਨਾਲ 2 ਦਿਨ ਪਹਿਲਾਂ ਵੀ ਗੱਲ ਹੋਈ ਸੀ ਵੀ ਕਾਰਪੋਰੇਸ਼ਨ ਇੱਦਾਂ ਨਹੀਂ ਲਿਖ ਕੇ ਦਿੰਦੀ, ਤੁਹਾਡੇ ਕੋਲ ਵੀ ਜਿਹੜਾ ਲਾਇਸੈਂਸ ਹੈ ਤੁਹਾਨੂੰ ਵੀ ਪਤਾ ਕਿੱਦਾਂ ਮਿਲਿਆ, ਤੁਹਾਡੇ ਕੋਲ ਲਾਇਸੈਂਸ ਨਹੀਂ ਹੈ। ਕਹਿੰਦੇ ਸਾਡੇ ਕੋਲ ਲਾਇਸੈਂਸ ਹੈ ਜੀ, ਅਸੀਂ ਨਹੀਂ ਆ ਕਰਨ ਦੇਵਾਂਗੇ। ਚੌੜੇ ਹੋ ਗਏ, ਤੇ ਅਸੀਂ ਲੜਾਈ ਝਗੜਾ ਥੋੜੀ ਕਰਨਾ ਜੀ। ਦੇਖੋ ਲੋਕਡਾਊਨ ਦੇ ਵਿਕਟਮ ਹੈ, 6 ਮਹੀਨੇ ਹੋ ਗਏ ਘਰੇ ਬੈਠਿਆਂ ਨੂੰ,
ਤਾਂ 2-4 ਮਹੀਨੇ ਦਾ ਤਾਂ ਆਪਾਂ ਗੁਜ਼ਾਰਾ ਕਰ ਸਕਦੇ ਹਾਂ, ਵੀ ਇੰਨਾ ਲੰਬਾ ਨਹੀਂ ਕਰ ਸਕਦੇ। ਤੇ ਜੋ ਇਕਨੋਮੀ ਦੀ ਹਾਲ ਆ ਇਹ ਅਗਲੇ 2 ਸਾਲ ਤੱਕ ਨਹੀਂ ਸਿੱਧੀ ਹੁੰਦੀ। ਭਾਜੀ ਜਦੋਂ ਕੋਈ ਰੂਲ ਹੀ ਨਹੀਂ ਹੈਗਾ ਇਸ ਤਰ੍ਹਾਂ ਦਾ, ਮਿਲ ਕੇ ਕਾਰਪੋਰੇਸ਼ਨ ਇਜਾਜ਼ਤ ਜਾਂ ਦੇਣੀ ਜਾਂ ਨਹੀਂ ਦੇਣੀ, ਉਹ ਰੂਲ ਹੀ ਨਹੀਂ ਬਣਿਆ ਹੋਇਆ, ਤੇ ਫਿਰ ਇਹ ਰੇਹੜੀ ਯੂਨੀਅਨ ਵਾਲੇ ਕੌਣ ਹੁੰਦੇ? ਮਤਲਬ ਕਿ ਜੇ ਤੁਸੀਂ ਹੁਣ ਵੀ ਉੱਥੇ ਲਗਾਉਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਜ਼ਰੂਰ ਸਾਨੂੰ ਦੱਸੋ, ਅਸੀਂ ਨਾਲ ਚੱਲਦੇ ਹਾਂ ਤੁਹਾਡੇ। ਕਿਹੜਾ ਨਹੀਂ ਲੱਗਣ ਦਿੰਦਾ ਰੇਹੜੀ? ਅਸੀਂ ਦੇਖਦੇ ਹਾਂ ਜੀ ਫਿਰ ਕੌਣ ਨਹੀਂ ਲੱਗਣ ਦਿੰਦਾ। ਉਹਦੇ ਨਾਲ 2 ਚੀਜ਼ਾਂ ਸੀਗੀਆਂ, ਮੈਂ ਕਿ ਉਹ ਪੁਰਾਣੇ ਖੜਦੇ ਆ, ਫਿਰ ਅੱਜ ਨਹੀਂ ਤਾਂ ਮੇਰਾ ਕੱਲ ਨੁਕਸਾਨ ਕਰਨਗੇ, ਕਿਸੇ ਤਰ੍ਹਾਂ ਹੋਰ ਕਰਨਗੇ। ਮੈਂ ਝਗੜਾ ਨਹੀਂ ਚਾਹੁੰਦਾ ਸੀਗਾ, ਝਗੜੇ ਨੂੰ ਤਾਂ ਕੀ ਗੱਲ ਪਰ ਸੀ। ਭਾਜੀ ਕਦੋਂ ਤੱਕ ਡਰ ਡਰ ਕੇ ਅਸੀਂ ਆਪਣੀ ਮਿਹਨਤ ਕਰਨੀ ਹੈ ਯਾਰ? ਅਸੀਂ ਕੋਈ ਉਹ ਥੋੜੀ ਆ ਵੀ ਹਾਂ ਜਗ੍ਹਾ ਉਹਨਾਂ ਨੇ ਰੇਹੜੀ ਯੂਨੀਅਨ ਨੇ ਆਪਣੇ ਨਾਮ ਲਗਾਈ ਵੀ ਆ, ਜਾਂ ਫਿਰ ਉਹਦੇ ਜਗ੍ਹਾ ਦੇ ਪੈਸੇ ਦੇ ਰਹੇ ਆ। ਗੱਲ ਮਸਲਾ ਮੇਰਾ ਨਹੀਂ ਹੈ ਜੀ, ਮੈਨੂੰ 50 ਫੋਨ ਆਏ ਜਿਹੜੇ ਗ੍ਰੈਜੂਏਟ ਨੇ, ਪੋਸਟ ਗ੍ਰੈਜੂਏਟ ਨੇ, ਕਹਿੰਦੇ ਭਾਜੀ ਸਾਨੂੰ ਸ਼ਰਮ ਆਉਂਦੀ ਸੀ, ਪਰ ਜਦ ਤੁਹਾਡੇ ਬਾਰੇ ਪੜਿਆ ਵੀ ਬੰਦਾ IAS ਦੀ ਇੰਟਰਵਿਊ ਦਿੱਤੀ ਆ ਤੇ ਇਹ ਕੰਮ ਕਰ ਰਿਹਾ, ਸਾਨੂੰ ਕੋਈ ਸ਼ਰਮ ਨਹੀਂ ਆ। ਅਸੀਂ ਵੀ ਦੂਰੋਂ ਹੋਰ ਸ਼ਹਿਰਾਂ ਤੋਂ, ਪਿੰਡਾਂ ਤੋਂ, ਛੋਟੇ ਕਸਬਿਆਂ ਤੋਂ ਆ ਕੇ ਮੋਹਾਲੀ ਜਾਣਾ ਚਾਹੁੰਦੇ ਹਾਂ ਤੇ ਅਸੀਂ ਵੱਡੇ ਸ਼ਹਿਰ ਦੇ ਵਿੱਚ ਆ ਕੇ ਕੰਮ ਕਰਨਾ ਚਾਹੁੰਦੇ ਹਾਂ। ਮੈਂ ਨਹੀਂ ਉੱਥੇ ਲਾਇਆ ਤਾਂ ਕੋਈ ਹੋਰ ਲਾਏਗਾ, ਇਹ ਤਾਂ ਚੱਲੇਗਾ। ਇੱਕ ਵੱਡਾ ਸਵਾਲ ਉੱਥੋਂ ਇਹ ਸੀਗਾ ਨਿਕਲਿਆ ਵੀ ਇੱਕ 8ਵੀਂ ਫੇਲ ਬਜ਼ੁਰਗ ਸੀ, ਉਹ ਵੀ ਵੈਂਡਰ ਸੀ, ਕੜੀ ਚਾਵਲ ਮੇਰੀ ਤਰ੍ਹਾਂ ਵੇਚਦੇ ਸੀ। ਉਹ ਕਹਿੰਦੇ ਕਾਕਾ ਜੀ ਤੁਸੀਂ ਤਾਂ ਪੜ੍ਹੇ ਲਿਖੇ ਹੋ, ਸਾਡੇ ਲਈ ਤਾਂ ਇਹੀ ਕੰਮ ਬਚਿਆ, ਤੁਹਾਡੇ ਲਈ ਤਾਂ ਹੋਰ ਬਹੁਤ ਕੰਮ ਨੇ। ਮੈਨੂੰ ਲੱਗਿਆ ਵੀ ਇਹ ਸਵਾਲ ਮੈਨੂੰ ਨਹੀਂ ਹੈ, ਇਹ ਸਰਕਾਰਾਂ ਨੂੰ ਬਿਲਕੁਲ। ਤੇ ਜੇ ਉਹ ਵੈਂਡਰ ਯੂਨੀਅਨ ਜਾਂ ਸਾਰਾ ਕੁਝ ਰੈਗੂਲਰ ਹੋ ਜਾਏ, ਮੈਂ ਤਾਂ ਚਾਹੁੰਦਾ ਸੀ ਮੈਂ ਉੱਥੇ ਕਰਾਂ, ਮੈਨੂੰ ਰੈਗੂਲਰ ਕਰਨ, ਮੈਂ ਟੈਕਸ ਵੀ ਭਰਾਂ, ਜਾਂ ਮੈਂ ਦੇਸ਼ ਦੀ ਤਰੱਕੀ ਦੇ ਵਿੱਚ ਹਿੱਸਾ ਪਾਵਾਂ। ਜਦੋਂ ਮੈਨੂੰ ਖੜਨੇ ਨਹੀਂ ਦਿੱਤਾ ਗਿਆ ਤਾਂ ਫਿਰ ਮੈਂ ਕੀ ਕਰਾਂਗਾ? ਮੇਰੇ ਵਰਗੇ ਕਿੰਨੇ ਹੋਣਗੇ? 50 ਫੋਨ ਮੈਨੂੰ ਆਏ, ਹਜ਼ਾਰਾਂ ਬੇਰੁਜ਼ਗਾਰ ਹੋਣਗੇ। ਤੁਸੀਂ ਮੀਡੀਆ ਤੋਂ ਹੋ, ਤੁਸੀਂ ਦੇਖਦੇ ਹੋ ਵੀ ਕਿੰਨੇ ਬੇਰੁਜ਼ਗਾਰ ਹੋਣਗੇ, ਉਹ ਕੀ ਕੰਮ ਕਰਨਗੇ? ਜਦੋਂ ਸਾਰੇ ਬੇਰੁਜ਼ਗਾਰ ਇੱਧਰਲੇ ਪਾਸੇ ਆਣਗੇ ਫਿਰ ਕਲੈਸ਼ ਹੋਏਗੀ। ਬੇਰੁਜ਼ਗਾਰੀ ਇੱਕ ਕੂੜਾ ਹੈ, ਅਸੀਂ ਆਪਣੇ ਘਰ ਤੋਂ ਚੱਕਿਆ ਦੂਜੇ ਤੇ ਪਾਤਾ, ਹੁਣ ਦੂਜੇ ਵਾਲੇ ਨੇ ਤੀਜੇ ਤੇ ਪਾਤਾ, ਉਹ ਕੂੜਾ ਤਾਂ ਨਹੀਂ ਖਤਮ ਹੋਇਆ। ਬਿਲਕੁਲ ਭਾਜੀ, ਮਤਲਬ ਕਿ ਤੁਸੀਂ ਡਬਲ MA ਕੀਤੀ ਹੋਈ ਹੈ, ਹੁਣ ਤੇ +2 ਤੋਂ ਬਾਅਦ ਨੌਜਵਾਨਾਂ ਦੇ ਦਿਲ ਦੇ ਵਿੱਚ ਇਹ ਆਉਂਦਾ ਵੀ ਯਾਰ +2 ਕਰ ਲਈ ਅਸੀਂ ਹੁਣ ਤਾਂ ਮਤਲਬ ਕਿ ਪਤਾ ਨਹੀਂ ਅਫਸਰ ਲੱਗਾਂਗੇ ਤੇ ਅਸੀਂ ਇਹ ਕੰਮ ਨਹੀਂ ਕਰ ਸਕਦੇ। ਤੇ ਤੁਹਾਡੇ ਮਨ ਦੇ ਵਿੱਚ ਬਿਲਕੁਲ ਨਹੀਂ ਇਸ ਤਰ੍ਹਾਂ ਦਾ ਆਇਆ ਵੀ ਯਾਰ ਮੈਂ ਹੁਣ ਡਬਲ MA ਹੋ ਗਿਆ ਤੇ ਮੈਂ ਇਹ ਕੰਮ ਕਰਾਂਗਾ ਜੀ? ਭਾਜੀ ਸਰਵਾਈਵਲ ਜਿਹੜਾ ਤੁਹਾਡਾ ਜੀਂਦੇ ਰਹਿਣਾ, ਠੀਕ ਆ ਜੀ, ਉਹ ਬਹੁਤ ਵੱਡੀ ਚੀਜ਼ ਆ। ਜਦੋਂ ਤੁਹਾਡੇ ਕੋਲ ਕੁਝ ਨਹੀਂ ਹੁੰਦਾ ਤਾਂ ਲੋਕ ਗੰਦ ਵਾਲਾ ਪਾਣੀ ਵੀ ਪੀਂਦੇ ਆ, ਪੱਤੇ ਵੀ ਖਾਂਦੇ ਆ, ਠੀਕ ਹੈ ਜੀ। ਇਹ ਤਾਂ ਫਿਰ ਸਾਫ ਸੁਥਰਾ ਕੁਝ ਕੰਮ। ਮੈਂ ਜ਼ਰੂਰ ਚਾਹਾਂਗਾ ਮੇਰੇ ਦਰਸ਼ਕਾਂ ਨੂੰ ਕੁਝ ਮਿੰਟ ਦੇ ਲਈ, ਬੇਸ਼ੱਕ ਸਾਨੂੰ ਅੱਜ ਅਜਿਹਾ ਦੌਰ ਆਇਆ ਬਾਏ ਵੀ ਮਾਸਕ ਲਗਾਉਣੇ ਪੈ ਰਿਹਾ, ਪਰ ਤੁਸੀਂ ਆਪਣੀ ਸ਼ਕਲ ਜ਼ਰੂਰ ਦਿਖਾਇਓ ਦਰਸ਼ਕਾਂ ਨੂੰ। ਤੇ ਮੈਂ ਕਹਾਂਗਾ ਭਾਜੀ ਹੋਰਾਂ ਨੂੰ ਦੇਖ ਕੇ, ਇਹਨਾਂ ਦੇ ਨਾਂ ਤੇ ਆਪਣੇ ਫੋਨ ਦੇ ਉੱਤੇ ਦੇਖ ਰਹੇ ਹੋ, TV ਦੇ ਉੱਤੇ ਦੇਖ ਰਹੇ ਹੋ, ਤਾਂ ਇਹਨਾਂ ਦੇ ਨਾਂ ਦੇ ਉੱਤੇ ਬੈਠੇ ਬੈਠੇ ਤਾੜੀਆਂ ਲਗਾ ਦਿਓ। ਭਾਜੀ ਬਹੁਤ ਵੱਡੀ ਹਿੰਮਤ ਹੈ ਤੁਹਾਡੀ, ਤੇ ਕਿਉਂਕਿ ਅੱਜ ਦੇ ਦੌਰ ਦੇ ਵਿੱਚ ਅਜਿਹੇ ਲੋਕ ਬਹੁਤ ਘੱਟ ਹੁੰਦੇ ਨੇ ਜਿਹੜੇ ਇਸ ਤਰ੍ਹਾਂ ਕਰਦੇ, ਪਰ ਅਸੀਂ ਧੱਕਾ ਨਹੀਂ ਹੋਣ ਦੇਣਾ ਭਾਜੀ ਕਿਸੇ ਨਾਲ। ਤੁਸੀਂ ਚਾਹੇ ਹੋ, ਅਸੀਂ ਤੁਹਾਡੇ ਨਾਲ ਖੜੇ ਹਾਂ ਡਟ ਕੇ ਬਾਈ ਜੀ। ਤੇ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਤੁਹਾਡੇ ਜੀ? ਪਰਿਵਾਰ 'ਚ ਮੇਰੀ ਬੇਟੀ ਹੈ ਜੀ 3.5 ਸਾਲ ਦੀ, ਉਹ ਈਮੇਲ ਦੇ ਵਿੱਚ ਜ਼ਿਕਰ ਹੈ ਜੀ ਉਹਦਾ। ਮੇਰੀ ਵਾਈਫ ਹੈ। ਅੱਛਾ ਜੀ। ਤੇ ਹਾਂਜੀ ਮਦਰ ਫਾਦਰ ਨੇ ਜੀ, ਤੇ ਛੋਟਾ ਬ੍ਰਦਰ ਹੈ, ਉਹ ਫਗਵਾੜਾ ਰਹਿੰਦੇ ਨੇ ਜੀ। ਤੇ ਮੈਨੂੰ ਤਾਂ ਅਧਿਕਾਰੀਆਂ ਵੱਲੋਂ ਇਹ ਵੀ ਕਿਹਾ ਗਿਆ ਸੀਗਾ ਵੀ ਤੁਸੀਂ ਆਪਣੇ ਸ਼ਹਿਰ 'ਚ ਹੀ ਵਾਪਸ ਚਲੇ ਜਾਓ, ਕਿਉਂਕਿ ਹੋਈ ਸ਼ੁਰੂਆਤ ਇੱਦਾਂ ਵੀ ਮੈਂ ਪਿੰਡ ਧਨਾਸ ਦੇ ਵਿੱਚ ਰਹਿਣਾ, ਜਿਹੜਾ UT ਦੇ ਵਿੱਚ ਆਉਂਦਾ ਹੈ। ਗਵਰਨਰ ਸਾਹਿਬ ਨੂੰ ਲਿਖਿਆ, ਮੈਂ ਐਡਰੈਸ ਕੀਤਾ ਸੀ UT ਐਡਮਿਨਿਸਟ੍ਰੇਟਰ ਨੂੰ, ਕਿਉਂਕਿ ਪੰਜਾਬ ਦੇ ਗਵਰਨਰ ਨੇ ਤੇ UT ਦੇ ਐਡਮਿਨਿਸਟ੍ਰੇਟਰ ਨੇ, ਕਿ ਮੇਰਾ ਕੁਝ ਹੱਲ ਹੋਏਗਾ। ਕਿਉਂਕਿ ਉੱਥੇ ਅਸੀਂ ਪੜ੍ਹਨ ਆਏ ਸੀ, ਮੈਂ ਯੂਨੀਵਰਸਿਟੀ ਤੋਂ ਪੜ੍ਹ ਕੇ ਜਦੋਂ ਆਪਣੀ ਪੜ੍ਹਾਈ ਪੂਰੀ ਕੀਤੀ, ਫਿਰ ਨੇੜੇ ਪਿੰਡ ਧਨਾਸ ਪੈਂਦਾ ਸੀ, ਯੂਨੀਵਰਸਿਟੀ ਦੇ ਨੇੜੇ ਸੀ, ਮੈਂ ਉੱਥੇ ਚਲਾ ਗਿਆ, ਉੱਥੇ ਕਿਰਾਏ ਦੇ ਮਕਾਨ 'ਚ ਰਹਿਣ ਲੱਗ ਗਿਆ। ਗਵਰਨਰ ਸਾਹਿਬ ਨੇ ਕੋਈ ਨਹੀਂ ਐਡਰੈਸ ਕੀਤਾ, ਕਿਉਂਕਿ ਮੇਰੇ ਕੋਲ ਕੋਈ ਚੰਡੀਗੜ੍ਹ ਦਾ ਰਹਿਣ ਦਾ ਪ੍ਰੂਫ ਨਹੀਂ ਹੈ। ਮੈਂ ਇੱਥੇ ਹੈਗਾ ਕਿ ਮੇਰੇ ਕੋਲ ਪੱਕਾ, ਕਿਉਂਕਿ ਮੈਂ ਉੱਥੇ ਦਾ ਹੀ ਹੈਗਾ, ਪਿੰਡ ਜਾਫਰਪੁਰ ਨਵਾਂ ਸ਼ਹਿਰ ਜ਼ਿਲ੍ਹੇ ਦੇ ਵਿੱਚ ਪੈਂਦਾ, ਉੱਥੇ ਦਾ ਰਹਿਣ ਵਾਲਾ। ਠੀਕ ਹੈ। ਤੇ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ। ਮੈਨੂੰ ਲੱਗਾ ਵੀ ਸ਼ਾਇਦ ਮੈਂ ਐਡਰੈਸ ਨਹੀਂ ਹੈਗਾ ਜਾਂ ਹੋਰ ਕੁਝ ਹੈ, ਕਿਉਂਕਿ ਇਹ ਤੋਂ ਪਹਿਲਾਂ ਵੀ ਮੈਂ ਦੇਖਿਆ ਸੀਗਾ ਇੱਕ ਦਿਨ 15 ਸੈਕਟਰ ਦੇ ਵਿੱਚ ਵੈਂਡਰਸ ਨੂੰ ਲੋਨ ਦਿੱਤਾ ਜਾ ਰਿਹਾ ਸੀ ਜੀ, ਤੇ ਕਾਗਜ਼ ਭਰੇ ਜਾ ਰਹੇ ਸੀ। ਮੈਂ ਪੁੱਛਿਆ ਵੀ ਕਿਸ ਚੀਜ਼ ਦਾ ਲੋਨ ਹੈ, ਉਹ ਕਹਿੰਦੇ ਜਿਹੜੇ ਰਜਿਸਟਰਡ ਵੈਂਡਰ ਆ ਜਿਹਨਾਂ ਕੋਲ ਲਾਇਸੈਂਸ ਹੈ, ਉਹਨਾਂ ਨੂੰ ਲੋਨ ਦਿੱਤਾ ਜਾ ਰਿਹਾ, ਤੇ ਸਾਰੇ ਦੇ ਸਾਰੇ ਗੈਰ ਪੰਜਾਬੀ ਸੀ। ਤੇ ਮੈਨੂੰ ਇਸ ਗੱਲ ਦੀ ਹੈਰਾਨੀ, ਮੈਂ ਪੁੱਛਿਆ ਜਾ ਕੇ, ਉਹ ਕਹਿੰਦੇ ਨਹੀਂ ਜੀ ਤੁਹਾਨੂੰ ਪਹਿਲਾਂ ਤੁਹਾਡੇ ਕੋਲ ਲਾਇਸੈਂਸ ਹੋਣਾ ਚਾਹੀਦਾ ਵੀ ਇਹ ਲੋਨ ਲਾਇਸੈਂਸ ਵੈਂਡਰ ਨੂੰ ਮਿਲਦਾ, ਤੇ ਮੇਰੇ ਕੋਲ ਨਾ ਲਾਇਸੈਂਸ ਹੈ, ਨਾ ਰਹਿਣ ਦਾ ਪ੍ਰੂਫ ਹੈ, ਤੇ ਜਿਹੜਾ ਘਰ ਹੈ ਜੀ ਉਹ ਵੀ ਟੁੱਟ ਚੁੱਕਾ ਹੈ। ਕਿਸ ਦਿਨ ਮੌਕਾ ਮਿਲੇ ਤਾਂ ਮੇਰੇ ਘਰ ਪਿੰਡ ਵੀ ਜਾ ਕੇ ਆਓ ਤੁਸੀਂ, ਉਹ ਘਰ ਢਹਿ ਚੁੱਕਾ, ਰਹਿਣ ਲਾਇਕ ਨਹੀਂ ਰਹਿ ਗਿਆ। ਤੇ ਕਿਉਂਕਿ ਮੇਰੇ ਪੇਰੈਂਟਸ ਉਹ ਚਾਚੇ ਦੇ ਮਕਾਨ 'ਚ ਰਹਿੰਦੇ ਫਗਵਾੜਾ, ਮੇਰਾ ਪਿੰਡ ਜਾਫਰਪੁਰ ਹੈ, ਮੈਂ ਇੱਥੇ ਕਿਰਾਏ ਦੇ ਮਕਾਨ ਦੇ ਵਿੱਚ ਰਹਿੰਦਾ। ਤੇ ਅਪ੍ਰੈਲ ਤੋਂ ਲੈ ਕੇ ਕਿਰਾਇਆ ਖੜਾ ਹੈ ਜੀ, ਬਿਜਲੀ ਦੇ ਬਿੱਲ ਖੜੇ ਆ, ਬਸ ਆ ਰੋਟੀ ਚੱਲ ਜਾਂਦੀ, ਕਿਉਂਕਿ ਇਹ ਕੰਮ ਇਸ ਤਰ੍ਹਾਂ ਦਾ ਸੀਗਾ ਵੀ ਆਪਾਂ ਰੋਟੀ ਇਹ 'ਚੋਂ ਵੀ ਖਾ ਸਕਦੇ, ਸਬਜ਼ੀ ਆ ਕਿ ਰੋਟੀ ਬਣ ਜਾਂਦੀ, ਚਾਲ ਬਚੇ ਉਹ ਖਾ ਲੈਂਦੇ, ਇਸ ਤਰ੍ਹਾਂ ਕੰਮ ਚੱਲ ਜਾਂਦਾ। ਤੇ ਉਹ ਗੈਰ ਪੰਜਾਬੀ ਸੀ, ਤੇ ਭਾਜੀ ਆਪਾਂ ਤਾਂ ਗੈਰ ਪੰਜਾਬੀ ਲੋਕ ਨੇ ਜਿਹੜੇ, ਉਹਨਾਂ ਦੇ ਲਈ ਵੀ ਲੰਗਰ ਲਗਾਉਂਦੇ ਆ ਆਪਾਂ। ਹਾਂਜੀ ਜ਼ਰੂਰ ਜ਼ਰੂਰ। ਤੁਹਾਡੀ ਛੋਟੀ ਪਲੇਟ? ਸੋ ਬਿਲਕੁਲ, ਕਿਉਂਕਿ ਸਾਡੀ ਕੌਮ ਇੱਕ ਅਜਿਹੀ ਕੌਮ ਹੈ ਜਿਹੜੀ ਹਰ ਤਰ੍ਹਾਂ ਦੇ ਵਰਗ ਨੂੰ, ਹਰ ਤਰ੍ਹਾਂ ਦੇ ਲੋਕਾਂ ਨੂੰ ਵੇਖਦੇ ਹੋਏ, ਜੇਕਰ ਉਹਨਾਂ ਦੇ ਉੱਤੇ ਕਿਸੇ ਤਰ੍ਹਾਂ ਦੀ ਭੀੜ ਪੈਂਦੀ ਹੈ ਤਾਂ ਅਸੀਂ ਮਦਦ ਲਈ ਅੱਗੇ ਆਉਂਦੇ ਹਾਂ। ਪਰ ਇਹ ਵੀ ਇੱਕ ਵੱਡੀ ਗੱਲ ਹੈ ਵੀ
ਅਸੀਂ ਇਹ ਨਹੀਂ ਕਹਿੰਦੇ ਬਈ ਅਸੀਂ ਗੈਰ ਪੰਜਾਬੀਆਂ ਦੀ ਸੇਵਾ ਕਿਉਂ ਕਰੀਏ, ਕਿਉਂਕਿ ਅਸੀਂ ਤਾਂ ਭਾਈ ਕਨ੍ਹੱਈਆ ਜੀ ਦੇ ਵਾਰਸ ਹਾਂ। ਅਸੀਂ ਤਾਂ ਇਹ ਚੀਜ਼ਾਂ ਕਰਦੇ ਰਹਾਂਗੇ, ਇਹ ਸਾਨੂੰ ਇਹ ਨਹੀਂ ਹੈ। ਪਰ ਮੈਂ ਕਹਿੰਦਾ ਫਿਰ ਦੂਜੇ ਲੋਕਾਂ ਨੂੰ ਸੋਚਣਾ ਜ਼ਰੂਰ ਚਾਹੀਦਾ ਬਈ ਯਾਰ, ਜਦੋਂ ਸਿੱਖ ਇਹ ਚੀਜ਼ ਨਹੀਂ ਵੇਖਦੇ ਵੀ ਹਾਂ ਕਿਹੜਾ ਪੰਜਾਬੀ ਹੈ ਜਾਂ ਕਿਹੜਾ ਗੈਰ ਪੰਜਾਬੀ ਹੈ, ਕਿਹੜਾ ਸਿੱਖ ਆ ਕਿਹੜਾ ਗੈਰ ਸਿੱਖ ਆ, ਕਿਸ ਧਰਮ ਤੋਂ ਬਿਲੋਂਗ ਕਰਦਾ, ਕਦੇ ਨਹੀਂ ਵੇਖਦੇ, ਤੇ ਲੰਗਰ ਲਾਏ ਜਾਂਦੇ ਨੇ, ਤਾਂ ਫਿਰ ਦੂਜੇ ਲੋਕਾਂ ਨੂੰ ਜ਼ਰੂਰ ਵੇਖਣਾ ਚਾਹੀਦਾ ਪਗੜੀ ਨੂੰ ਵੇਖ ਕੇ ਵੀ ਯਾਰ ਇਹ ਪਗੜੀ ਸਾਡੇ ਕੰਮ ਆਉਂਦੀ ਹੈ। ਜਦੋਂ ਸਾਡੇ ਤੇ ਭੀੜ ਪੈਂਦੀ ਹੈ ਸਾਡੇ ਨਾਲ ਖੜਦੇ ਆ, ਤੇ ਸਾਨੂੰ ਵੀ ਖੜਨਾ ਚਾਹੀਦਾ। ਤੇ ਇਹ ਧੱਕਾ ਜਿੱਥੇ ਉਹਨਾਂ ਲੋਕਾਂ ਨੂੰ ਨਹੀਂ ਕਰਨਾ ਚਾਹੀਦਾ, ਉੱਥੇ ਸਰਕਾਰ ਨੂੰ ਇਹਦੇ ਵਿੱਚ ਦਖਲਅੰਦਾਜ਼ੀ ਜ਼ਰੂਰ ਕਰਨੀ ਚਾਹੀਦੀ ਹੈ। ਤੇ ਭਾਜੀ ਤੁਹਾਨੂੰ ਉਮੀਦ ਹੈ ਜੀ, ਮੈਂ ਤੁਹਾਡੀ ਕੱਟਣਾ ਚਾਹੁੰਦਾ ਜੀ, ਜਿੰਨੀਆਂ ਇਕਨੋਮਿਕਲ ਵੀਕਰ ਸੈਕਸ਼ਨ ਦੀਆਂ ਕਲੋਨੀਆਂ ਬਣੀਆਂ ਚੰਡੀਗੜ੍ਹ ਦੇ ਆਸ-ਪਾਸ, ਹਾਂਜੀ, ਉਹਨਾਂ 'ਚ ਬਹੁਤ ਘੱਟ ਪੰਜਾਬੀ ਨੇ, ਬਹੁਤ ਘੱਟ ਪੰਜਾਬੀ ਨੇ। ਇੱਥੇ ਜੇ ਚੰਡੀਗੜ੍ਹ ਨੂੰ ਪੰਜਾਬ ਦੇ ਦੋ ਹਿੱਸੇ ਹੋਏ ਸੀਗੇ, ਹਿਮਾਚਲ ਤੇ ਇੱਕ ਚਲਾ ਗਿਆ, ਇੱਕ ਹਰਿਆਣਾ ਚਲਾ ਗਿਆ, ਕਿਆ ਆ ਗਿਆ ਵੀ ਉਹਨਾਂ ਦੀ ਰਾਜਧਾਨੀ ਪੰਜਾਬ ਤੇ ਹਰਿਆਣਾ ਦੀ ਸਾਂਝੀ ਹੈਗੀ ਆ, ਉਹਨਾਂ ਦਾ ਬਣਦਾ। ਮੇਰੇ ਨਾਲ ਇੱਕ ਹਰਿਆਣੇ ਦਾ ਲੜਕਾ ਸੀਗਾ, ਅਸੀਂ ਜਿਹੜੀ 26 ਚੋਂ ਸਬਜ਼ੀ ਮੰਡੀ ਬਦਲ ਕੇ 17 ਦੇ ਵਿੱਚ ਆ ਗਈ ਹੈ, ਤੇ ਉਹ ਮੰਡੀ 'ਚ ਅਸੀਂ ਸਬਜ਼ੀ ਲੈਣ ਗਏ ਕਿਉਂਕਿ ਸਬਜ਼ੀ ਦੀ ਲੋੜ ਪੈਂਦੀ ਹੈ, ਤੇ ਉੱਥੇ ਦੇਖਿਆ ਕੋਈ ਵੀ ਬੰਦਾ ਨਾ ਹਰਿਆਣਵੀ ਸੀ ਨਾ ਪੰਜਾਬੀ ਸੀ। ਫਿਰ ਮੈਂ ਕਿਹਾ ਮੁੰਡੇ ਨੂੰ ਨਾਲ ਦੇ ਨੂੰ ਕਿਹਾ, ਮੈਂ ਕਿਹਾ ਵੀ ਤੂੰ ਹਰਿਆਣੇ ਤੋਂ ਆ, ਮੈਂ ਪੰਜਾਬ ਤੋਂ ਆ, ਸਾਡੀ ਰਾਜਧਾਨੀ ਹੈ ਤੇ ਸਾਡਾ ਇੱਥੇ ਕੋਈ ਬੰਦਾ ਹੀ ਨਹੀਂ ਬੈਠਾ ਹੈ। ਉਹ ਸਾਰੇ ਦੇ ਸਾਰੇ ਬੰਦੇ ਬਿਹਾਰ ਤੋਂ, ਯੂਪੀ ਤੋਂ, ਹੋਰ ਜਗ੍ਹਾ ਤੋਂ। ਇੱਕ ਤਾਂ ਇੱਕ ਅਦਰਕ ਸੀਗਾ, ਉਹ ਕਹਿੰਦਾ ਅਦਰਕ ਵੀ ਜੀ ਸਾਡਾ ਯੂਪੀ ਤੋਂ ਆਉਂਦਾ ਜੀ, ਲਖਨਊ ਤੋਂ ਆਉਂਦਾ, ਤੇ ਹੋਰ ਸਾਰਾ ਸਮਾਨ ਹੈਗਾ। ਵੀ ਆਪਾਂ ਕੀ ਇੱਕ ਮੰਡੀਓ ਬਣ ਕੇ ਰਹਿ ਜਾਵਾਂਗੇ? ਅਸੀਂ ਹਿਸਟਰੀ 'ਚ ਪੜ੍ਹਿਆ, ਮੈਂ ਸਿਵਲ ਸਰਵਿਸ ਦੀ ਤਿਆਰੀ ਕਰਦਾ ਸੀ, ਉੱਥੇ ਪੜ੍ਹਿਆ ਵੀ ਇੰਡੀਆ ਨੂੰ ਉਹਨਾਂ ਨੇ ਇੱਕ ਰॉ ਮਟੀਰੀਅਲ ਕੱਚਾ ਮਾਲ ਪੈਦਾ ਕਰਨ ਵਾਲਾ ਇੱਕ ਕਲੋਨੀ ਤੇ ਇੱਕ ਮੰਡੀ ਜਿਹਦੇ ਵਿੱਚ ਅਸੀਂ ਪੱਕਿਆ ਹੋਇਆ ਮਾਲ ਆਪਣਾ ਬਣਾ ਕੇ ਵੇਚ ਸਕੀਏ। ਪਹਿਲਾਂ ਕਾਟਨ ਦਾ ਕੰਮ ਚੱਲਦਾ ਸੀ, ਤੇ ਉਸ ਤਰ੍ਹਾਂ ਦੀ ਸਾਡੀ ਮੰਡੀ ਬਣਦੀ ਜਾ ਰਹੀ ਹੈ। ਭਾਜੀ ਬਿਲਕੁਲ ਇਹ ਚੀਜ਼ ਹੈਗੀਆਂ, ਪਰ ਮੈਂ ਇਸ ਦੇ ਵਿੱਚ ਇੰਨੀ ਕੁ ਗਲਤੀ ਮੰਨਦਾ ਬਈ, ਜਾਂ ਫਿਰ ਇਹ ਚੀਜ਼ ਕੀਤੀ ਜਿਹੜੀ ਤੁਸੀਂ ਇੱਥੇ ਆ ਗਏ ਹੋ, ਮੈਨੂੰ ਲੱਗਦਾ ਵੀ ਤੁਹਾਨੂੰ ਉੱਥੇ ਹੀ ਲੜਨਾ ਚਾਹੀਦਾ ਸੀ ਯਾਰ। ਸਾਡੇ ਹੱਕ ਹੈ ਤੇ ਅਸੀਂ ਸਾਡੀ ਸਟੇਟ 'ਚੋਂ ਸਾਨੂੰ ਧੱਕੇ ਵੱਜਣਗੇ ਹੁਣ ਜੀ। ਉਹਦੇ 'ਚ ਇੱਕ ਮਸਲਾ ਹੋਰ ਸੀਗਾ, ਕਿਉਂਕਿ ਮੈਨੂੰ ਪਹਿਲਾਂ ਇੱਕ ਘਟਨਾ ਪਤਾ ਲੱਗੀ ਸੀ, ਇੱਕ ਬੰਦੇ ਨਾਲ ਪਹਿਲਾਂ ਵੀ ਐ ਹੋਇਆ ਸੀਗਾ। ਉਹਦੇ 'ਚ ਕੋਈ ਕਿ ਜਦੋਂ ਪਬਲਿਕ ਪਲੇਸ ਤੇ ਆਪਾਂ ਲੜਦੇ ਹਾਂ ਜੀ, ਨਾਲ ਦੀ ਨਾਲ 57 ਦਾ ਪਰਚਾ ਦਰਜ ਹੋ ਜਾਂਦਾ ਹੈ ਜੀ, ਠੀਕ ਹੈ ਜੀ। ਤੇ ਆਪਾਂ ਹੁਣ ਅੰਦਰ ਜਾਵਾਂਗੇ ਤਾਂ ਮੇਰੇ ਕੋਲ ਤਾਂ ਇਹ ਵੀ ਮੈਂ ਅੱਜ ਜਿਹੜਾ ਕਮਾ ਕੇ ਲੈ ਕੇ ਜਾਣਾ, ਕਿਉਂਕਿ ਸਬਜ਼ੀ ਦਾ ਇਹ ਬਣ ਗਈ ਹੈ। ਉਹ ਲੜਾਈ ਆਪਾਂ ਨਾ ਕਰਦੇ ਭਾਜੀ, ਆਪਾਂ ਕਾਗਜ਼ੀ ਲੜਾਈ ਜਥੇਬੰਦੀਆਂ ਨੂੰ ਤੁਸੀਂ ਲਿਖੋ, ਜਿਵੇਂ ਤੁਸੀਂ ਗਵਰਨਰ ਸਾਹਿਬ ਨੂੰ ਚਿੱਠੀ ਲਿਖੀ ਹੈ, ਤਾਂ ਸ਼੍ਰੋਮਣੀ ਕਮੇਟੀ ਹੈ ਜੀ ਸਾਡੀ, ਤੇ ਇਹ ਮਤਲਬ ਕਿ ਇੱਥੋਂ ਇਹਨਾਂ ਦੀ ਕਾਬਲੀਅਤ ਵੀ ਸਾਨੂੰ ਪਤਾ ਲੱਗੇ ਵੀ ਇਹ ਇੱਕ ਗੁਰਸਿੱਖ ਬੰਦਾ ਜਦੋਂ ਇਹ ਆਪਣੀ ਮੁਸੀਬਤ ਦੱਸ ਰਿਹਾ ਨਾਲ ਖੜਦੇ ਆ, ਜਾਂ ਫਿਰ ਐਵੇਂ ਹੀ ਗੱਲਾਂ ਮਾਰਦੇ ਆ ਨਹੀਂ ਨਾਲ ਜੀ। ਹਜੇ ਤੱਕ ਤਾਂ ਮੈਨੂੰ ਕੋਈ ਫੋਨ ਨਹੀਂ ਆਇਆ, ਨਾ ਸਰਕਾਰ ਵੱਲੋਂ ਨਾ ਹੋਰ ਕੁਛ। ਇੱਕ ਤੇ ਗੱਡੀ ਆ ਕੇ ਰੁਕੀ ਸੀਗੀ ਜੀ, ਕੋਈ ਮਿਨਿਸਟਰ ਦੀ ਗੱਡੀ ਸੀ, ਮੈਨੂੰ ਲੱਗਾ ਸ਼ਾਇਦ ਮੈਨੂੰ ਲੱਭਦੇ ਨਾ ਕਿਤੇ ਆ ਗਏ ਹੋਣ, ਪਰ ਨਹੀਂ, ਉਹ ਮੈਨੂੰ ਨਹੀਂ ਲੱਭ ਰਿਹਾ ਸੀ, ਕਿਸੇ ਹੋਰ ਕੰਮ 'ਤੇ ਗਏ ਸੀਗੇ। ਪਰ ਗੱਲ ਹੈ ਕਿ ਆਪਾਂ ਟੈਕਸ ਕਿਹਨੂੰ ਦਿੰਦੇ ਆ? ਸਵਾਲ ਮੇਰਾ ਇੱਕ ਹੈ ਕਿ ਵਾਰੀ ਸਵਾਲ ਚੱਕਿਆ ਜਾਂਦਾ ਜੀ, ਵੀ ਗੁਰਦੁਆਰੇ ਤੇ ਸਵਾਲ ਚੱਕ ਹੋ ਜਾਂਦਾ ਵੀ ਗੁਰਦੁਆਰੇ ਜਿਹੜੇ ਲੋਕ ਗੁਰਦੁਆਰਿਆਂ ਤੇ ਪੈਸੇ ਲਾਉਂਦੇ ਆ ਜੀ, ਲੰਗਰ ਲੱਗਦੇ ਹੈਗੇ ਆ, ਇਹ ਮੰਦਿਰ ਹੈ, ਸਕੂਲ ਬਣਨੇ ਚਾਹੀਦੇ ਆ ਜੀ। ਗੁਰਦੁਆਰੇ ਹੋ ਗਏ, ਮੰਦਿਰ ਹੋ ਗਏ, ਇਹਦੀ ਜਗ੍ਹਾ ਸਕੂਲ ਬਣਨੇ ਚਾਹੀਦੇ ਆ। ਪਰ ਮੇਰਾ ਇੱਕ ਸਵਾਲ ਹੈ, ਕੀ ਅਸੀਂ ਟੈਕਸ ਗੁਰਦੁਆਰੇ ਤੇ ਮੰਦਿਰਾਂ ਨੂੰ ਦਿੰਦੇ ਆ? ਠੀਕ ਹੈ ਜੀ, ਗੁਰਦੁਆਰੇ 'ਚ ਲੰਗਰ ਚੱਲਦਾ, ਮੰਦਿਰ 'ਚ ਵੀ ਚੱਲਦਾ ਹੋਏਗਾ, ਠੀਕ ਹੈ, ਕਿਸੇ ਮਸਜਿਦ 'ਚ ਵੀ ਚੱਲਦਾ ਹੋਏਗਾ, ਚਰਚ 'ਚ ਵੀ ਲੰਗਰ ਚੱਲਦਾ ਹੋਏਗਾ। ਕੀ ਆਪਾਂ ਜਿਹੜਾ ਟੈਕਸ ਉਹਨੂੰ ਦਿੰਦੇ ਆ ਕਿ ਸਰਕਾਰ ਨੂੰ ਦਿੰਦੇ ਆ ਜੀ? ਸਾਡੀ ਬਾਂਹ ਫੜਨ ਦੀ ਜ਼ਿੰਮੇਵਾਰੀ ਗੁਰਦੁਆਰੇ, ਮੰਦਿਰ, ਮਸਜਿਦ ਦੀ ਹੈ ਤੇ ਸਰਕਾਰ ਦੀ। ਬਿਲਕੁਲ ਜਾਇਜ਼ ਆ ਤੁਹਾਡਾ ਸਵਾਲ, ਔਰ ਇਹ ਸਵਾਲ ਸਰਕਾਰਾਂ ਦੇ ਉੱਤੇ ਬਿਲਕੁਲ, ਜਿਵੇਂ ਭਾਜੀ ਨੇ ਕਿਹਾ ਹੈ ਵੀ ਇਹ ਸਵਾਲ ਜਿਹੜੇ ਹੈਗੇ ਆ, ਇਹ ਸਿਰਫ ਆਪਾਂ ਗੁਰੂ ਘਰਾਂ ਤੇ ਨਹੀਂ ਚੁੱਕ ਸਕਦੇ। ਜ਼ਿੰਮੇਵਾਰੀ ਗੁਰੂ ਘਰਾਂ ਨੇ ਨਹੀਂ, ਇਹ ਜ਼ਿੰਮੇਵਾਰੀ ਸਰਕਾਰਾਂ ਨੇ। ਵੋਟਾਂ ਪਾਉਣ ਤੋਂ ਪਹਿਲਾਂ ਘਰ ਘਰ ਨੌਕਰੀ ਦੀ ਗੱਲ ਸਰਕਾਰਾਂ ਨੇ ਕਹੀ ਸੀ, ਗੁਰਦੁਆਰਿਆਂ ਨੇ ਨਹੀਂ ਕਹੀ ਸੀ। ਸੋ ਇਹ ਸਵਾਲ ਵੱਡੇ ਨੇ, ਤੇ ਇੱਕ ਡਬਲ ਐਮਏ ਬੰਦਾ ਆਪਣੀ ਮੁਸੀਬਤ ਦੱਸ ਰਿਹਾ ਗਵਰਨਰ ਸਾਹਿਬ ਨੂੰ, ਤੇ ਗਵਰਨਰ ਸਾਹਿਬ ਵੀ ਇਸ ਵੱਲ ਧਿਆਨ ਨਹੀਂ ਦਿੰਦੇ, ਤਾਂ ਮਾੜੀ ਗੱਲ ਹੈ। ਇਸ ਤਰ੍ਹਾਂ ਦਾ ਨਹੀਂ ਹੋਣਾ ਚਾਹੀਦਾ। ਤੇ ਭਾਜੀ ਹੋਰੀ ਔਰ ਉਹਨਾਂ ਨੌਜਵਾਨਾਂ ਨੂੰ ਮੈਂ ਫਿਰ ਕਹਾਂਗਾ ਵੀ ਜਿਹੜੇ ਨੌਜਵਾਨ ਵੱਡੇ ਅਫਸਰ ਬਣ ਜਾਂਦੇ ਨਾ ਆਪਣੇ ਆਪ, ਤੇ ਫਿਰ ਕੰਮ ਨਹੀਂ ਕਰਦੇ, ਵਿਦੇਸ਼ ਜਾਂਦੇ ਆ, ਵਿਦੇਸ਼ ਜਾ ਕੇ ਚਾਹੇ ਹੋਟਲਾਂ ਦੇ ਵਿੱਚ ਭਾਂਡੇ ਮਾਂਜਣੇ ਪੈਣ, ਬੜੀ ਸ਼ਾਨ ਦੇ ਨਾਲ ਮਾਂਜਦੇ ਆ, ਤੇ ਇੱਥੇ ਸਾਨੂੰ ਡਿਸਪੋਜ਼ਲ ਪਲੇਟਾਂ 'ਚ ਵੀ ਜੇ ਰੋਟੀ ਪਾ ਕੇ ਦੇਣੀ ਹੋਵੇ ਨਾ, ਉਹ ਵੀ ਨਹੀਂ ਦੇ ਹੁੰਦੀ। ਉੱਥੇ ਤਾਂ ਭਾਂਡੇ ਮਾਂਜਦੇ, ਇੱਥੇ ਤਾਂ ਮਾਂਜਣ ਦਾ ਵੀ ਚੱਕਰ ਨਹੀਂ ਹੈ। ਪਰ ਸਲਾਮ ਕਰਦੇ ਹਾਂ, ਅਸੀਂ ਸਲੂਟ ਕਰਦੇ ਹਾਂ ਸਨੀ ਸਿੰਘ ਜੀ ਦੀ ਸੋਚ ਨੂੰ ਤੇ ਇਹਨਾਂ ਦੇ ਜਜ਼ਬੇ ਨੂੰ, ਕਿਉਂਕਿ ਪਾਪੀ ਪੇਟ ਦਾ ਸਵਾਲ ਹੈ, ਪਰਿਵਾਰ ਦਾ ਸਵਾਲ ਹੈ। ਪਰ ਬਹੁਤ ਸਾਰੇ ਲੋਕ, ਬਹੁਤ ਸਾਰੇ ਨੌਜਵਾਨਾਂ ਦੇ ਪਰਿਵਾਰ ਵੀ ਹੋਣਗੇ, ਪਰ ਫਿਰ ਵੀ ਉਹ ਸਿਰਫ ਆਪਣੇ ਹਉਮੈ ਕਰਕੇ ਕਹਿਣਗੇ ਵੀ ਨਹੀਂ, ਆਹ ਨਹੀਂ ਜੀ ਕਰ ਹੋਣਾ ਜੀ ਸਾਤੋਂ, ਅਸੀਂ ਤਾਂ ਅਫਸਰ ਲੱਗਾਂਗੇ, 50,000 ਰੁਪਇਆ ਲਵਾਂਗੇ। ਇਸ ਤਰ੍ਹਾਂ ਨਹੀਂ ਹੁੰਦਾ। ਸੋ ਇਹਨਾਂ ਦਾ ਨਾਮ ਵੀ ਇੱਕ ਇਤਿਹਾਸ ਦੇ ਵਿੱਚ ਲਿਖਿਆ ਜਾ ਚੁੱਕਾ ਹੈ। ਬੇਸ਼ੱਕ ਜਿੰਨਾ ਕੁ ਦਾਇਰਾ ਹੈ, ਜਿੰਨੇ ਕੁ ਲੋਕਾਂ ਤੱਕ ਇਹ ਪਹੁੰਚੇ ਨੇ, ਉਨੇ ਕੁ ਲੋਕ ਹੀ ਯਾਦ ਕਰਨਗੇ, ਪਰ ਚੰਗੇ ਲਈ ਯਾਦ ਕਰਨਗੇ। ਜਦੋਂ ਕਿਸੇ ਬੰਦੇ ਨੂੰ ਚੰਗੇ ਲਈ ਯਾਦ ਕੀਤਾ ਜਾਵੇ, ਕਿਉਂਕਿ ਪਾਸਟ ਦੀ ਗੱਲ ਜਦੋਂ
ਚੰਗੇ ਲਈ ਯਾਦ ਕੀਤੀ ਜਾਵੇ ਤਾਂ ਉਹ ਇਤਿਹਾਸ ਹੁੰਦੀ ਹੈ। ਸੋ ਇਹ ਇਤਿਹਾਸ ਇੱਕ ਸਿਰਜਿਆ, ਮੈਂ ਕਹਿੰਦਾ ਬਈ ਭਾਜੀ ਹੋਰਾਂ ਨੇ ਵੀ ਜਿਹਦੇ ਕਰਕੇ ਨੌਜਵਾਨਾਂ ਨੂੰ ਇੱਕ ਸੇਧ ਜ਼ਰੂਰ ਮਿਲੂਗੀ। ਤੇ ਭਾਜੀ ਇਹਦਾ ਨਾਂ ਤੁਸੀਂ ਜਿਵੇਂ ਨਾਨੀ ਦੀ ਕੜੀ ਰੱਖਿਆ ਹੈ, ਤਾਂ ਇਹਦਾ ਕੀ ਪਿਛੋਕੜ ਹੈ? ਇਹਦਾ ਪਿਛੋਕੜ ਇਹ ਹੈ ਜੀ, ਲੋਕਡਾਊਨ ਤੋਂ ਬਾਅਦ ਜਦੋਂ ਇੱਥੇ ਆਏ ਸੀਗੇ ਜੀ। ਤਾਂ ਮੇਰੀ ਵਾਈਫ ਬਿਮਾਰ ਹੋ ਗਏ ਸੀ, ਅੱਛਾ। ਟਾਈਫਾਇਡ ਹੋ ਗਿਆ ਸੀ, ਪਹਿਲਾਂ ਬੇਟੀ ਨੂੰ ਹੋ ਗਿਆ ਤੇ ਉਹਨਾਂ ਦੀ ਕੇਅਰ ਕਰਨ ਲਈ ਮੇਰੀ ਮਦਰ ਇਨ ਲਾਅ ਆਏ ਸੀ। ਅੱਛਾ ਜੀ। ਤੇ ਅਸਲ 'ਚ ਉਹਨਾਂ ਦੀ ਰੈਸਪੀ ਹੈ, ਮੇਰੀ ਮਦਰ ਇਨ ਲਾਅ ਦੀ, ਮੇਰੀ ਸੱਸ ਦੀ ਰੈਸਪੀ ਹੈ। ਉਹ ਬੇਟੀ ਨਾਨੀ ਕਹਿੰਦੀ ਹੈ ਤੇ ਫਿਰ ਸੱਸ ਸ਼ਬਦ ਮੈਨੂੰ ਠੀਕ ਨਹੀਂ ਲੱਗਿਆ ਤਾਂ ਮੈਂ ਨਾਨੀ ਕਹਿ ਦਿੱਤਾ। ਅਸੀਂ ਉਹਨੂੰ ਮਜ਼ਾਕ ਕਰਦੇ ਸੀ, ਮੈਂ ਕਿਹਾ ਵੀ ਨਾਨੀ ਤੁਹਾਡੀ ਵੀ ਇੰਟਰਵਿਊ ਕਰਾਉਣੀ ਹੈ, ਨਾਨੀ ਦੀ ਕੜੀ ਆਪਾਂ ਰੱਖ ਲੈਣਾ। ਉਹ ਕਹਿੰਦੇ ਨਹੀਂ, ਮੈਂ ਬੈਨਰ ਛਪਵਾ ਲਿਆ ਜਾਂਦਾ, ਛਪਵਾ ਕੇ ਲੱਗ ਗਿਆ। ਤੇ ਉਹ ਨਾਨੀ ਦੀ ਕੜੀ ਇੱਕ ਨਾਮ ਚਾਹੀਦਾ ਜੀ, ਕਿਉਂਕਿ ਕੜੀ ਚਾਵਲ ਬਹੁਤ ਵੇਚਦੇ ਹੈਗੇ ਵੀ ਉਹ ਜਿਹੜਾ ਸਵਾਦ ਹੈ, ਅਸਲ ਉਹ ਸਵਾਦ ਦੇ ਪਿੱਛੇ ਰਾਜ ਕੀ ਹੈ, ਜਿਹੜਾ ਖੜੇ ਮਸਾਲੇ ਆ, ਸਾਰਾ ਕੁਝ ਹੈ। ਹੁਣ ਵੀ ਤੁਸੀਂ ਦੇਖਿਆ ਹੋਏਗਾ ਵੀ ਰਾਜਮਾ ਨੂੰ ਉਹ ਦੋ ਕਸਟਮਰ ਆ, ਜਿਹੜੀ ਦੋ ਲੇਡੀਜ਼ ਤੁਸੀਂ ਪੁੱਛਿਆ ਸਵਾਲ, ਉਹ ਕੜੀ ਕਰਕੇ ਛੱਡ ਗਈਆਂ ਪਲੇਟ, ਕਿਉਂਕਿ ਰਾਜਮਾ ਨਹੀਂ ਲੱਗੇ ਗਈਆਂ, ਕੜੀ ਆ। ਕੱਲੀ ਕੜੀ ਦੇ ਕਸਟਮਰ ਇੰਨੇ ਜ਼ਿਆਦਾ ਸੀਗੇ ਕਿਉਂਕਿ ਕੜੀ ਦਾ ਟੇਸਟ ਹੈ, ਉਹ ਜਿਹੜੇ ਪੁਰਾਣੀ ਦਾਦੀ ਦੇ ਹੱਥ ਦਾ ਟੇਸਟ ਹੈ, ਕਿ ਉਹਨਾਂ ਨੂੰ ਆਦਤ ਚੁੱਲ੍ਹੇ 'ਤੇ ਪਕਾਉਣ ਦੀ, ਚੁੱਲ੍ਹੇ 'ਤੇ ਜਿਹੜੀ ਰਿੰਨ ਕੇ ਉਹ ਸਵਾਦ ਬਣਦਾ ਹੈਗਾ। ਉਹ ਫਿਰ ਕਾਰਨ ਫਲੋਰ ਜਾਂ ਅਰਾਰੋਟ ਪਾ ਕੇ ਜੀ ਉਹ ਸਵਾਦ ਬਣਦਾ, ਜਿਹੜਾ ਗਾੜਾਪਨ ਬਣਦਾ ਉਹ ਜਿਹੜਾ ਕਾੜ ਕੇ ਬਣਦਾ ਜੀ ਦੇਗ ਦੇ ਵਿੱਚ, ਉਹ ਕਾੜ ਕੇ ਬਣਦਾ, ਉਹ ਬਜ਼ੁਰਗਾਂ ਕੋਲ ਹੀ ਸਵਾਦ ਹੈ। ਵਾਹ ਵਾਹ। ਤੇ ਇੱਕ ਹੋਰ ਚੀਜ਼ ਹੈ ਨਾਲ ਤੁਸੀਂ ਲਿਖਿਆ ਵੀ ਸਰੋਂ ਦਾ ਤੇਲ ਵਰਤਿਆ ਜਾਂਦਾ ਹੈ। ਤੇ ਭਾਜੀ ਆਮ ਤੌਰ ਤੇ ਮੈਂ ਨਾਮ ਲੈਣਾ ਭੁੱਲ ਗਿਆ ਜੀ, ਉਹਨਾਂ ਦਾ ਨਾਮ ਸਤਵਿੰਦਰ ਕੌਰ ਹੈ ਜੀ, ਪਿੰਡ ਹੁਸੈਨ ਚੱਕ ਤੋਂ ਨੇ ਜੀ, ਉਹ ਨਵਾਂਸ਼ਹਿਰ ਜ਼ਿਲ੍ਹੇ ਦੇ ਵਿੱਚ ਹੀ ਪੈਂਦਾ ਜੀ। ਠੀਕ ਹੈ ਠੀਕ ਹੈ। ਤੇ ਸਰੋਂ ਦਾ ਤੇਲ ਵਰਤਦੇ ਹੋ ਤੁਸੀਂ, ਮਤਲਬ ਕਿ ਸਪੈਸ਼ਲੀ ਲਿਖਿਆ ਗਿਆ ਹੈ। ਆਮ ਤੌਰ ਤੇ ਦੇਖੀ ਤਾਂ ਜਿਹੜਾ ਰਿਫਾਈਨਡ ਵਰਤਿਆ ਜਾਂਦਾ ਹੈ ਜੀ, ਵੀ ਇਹ ਤੁਸੀਂ ਕਿਉਂ ਸਰੋਂ ਦਾ ਤੇਲ ਹੀ ਵਰਤੇ ਜੀ? ਭਾਜੀ ਰਿਫਾਈਨਡ ਤੋਂ ਇੰਨੀ ਜ਼ਿਆਦਾ ਨਫ਼ਰਤ ਹੋ ਗਈ ਹੈ ਜੀ। ਮੈਂ ਦੂਜੀ ਮੰਜ਼ਿਲ ਤੇ ਰਹਿਣਾ ਤੇ ਨੀਚੇ ਵਾਲੇ ਜਿਹੜੇ ਹੈਗੇ ਆ ਫਲੋਰ ਹੈਗੇ ਆ, ਉੱਥੇ ਕਿਤੇ ਤੁੜਕਾ ਚੜ ਜਾਵੇ, ਕਿਤੇ ਲੰਘਦੇ ਵੜਦੇ ਤਾਂ ਮੈਨੂੰ ਨਾ ਸਾਹ ਦੀ ਪ੍ਰੋਬਲਮ ਹੋਣ ਲੱਗ ਜਾਂਦੀ ਆ ਰਿਫਾਈਨਡ ਤੋਂ। ਰਿਫਾਈਨਡ ਦੀ ਇੰਨੀ ਜ਼ਿਆਦਾ ਦਿੱਕਤ ਹੈ। ਤੇ ਖੁਦ ਮੇਰੇ ਖਿਆਲ ਆਪਾਂ ਨੂੰ 10 ਕੁ ਸਾਲ ਹੋ ਗਏ ਹੁਣ ਰਿਫਾਈਨਡ ਛੱਡੇ ਨੂੰ, ਅਸੀਂ ਨਹੀਂ ਖਾਂਦੇ ਰਿਫਾਈਨਡ, ਮੈਨੂੰ ਉਹ ਚੰਗਾ ਹੀ ਨਹੀਂ ਲੱਗਦਾ। ਜਿਹੜੀ ਚੀਜ਼ ਮੈਨੂੰ ਖੁਦ ਨੂੰ ਚੰਗੀ ਲੱਗਦੀ, ਕਿਉਂਕਿ ਇਹ ਚੀਜ਼ ਕਰਨ ਤੋਂ ਪਹਿਲਾਂ ਅਸੀਂ 3-4 ਦਿਨ ਘਰੇ ਟਰਾਇਲ ਕੀਤਾ ਸੀ, ਪਲੇਟਾਂ 'ਚ ਪਾ ਕੇ ਵੀ ਕਿੰਨਾ ਕੁ ਸਮਾਨ ਵਹਿੰਦਾ ਹੈ, ਕਿੰਨਾ ਕੁ ਹੈਗਾ। ਕੜੀ ਇੱਕ ਦਿਨ ਬਿਨਾਂ ਪਕੌੜਿਆਂ ਤੋਂ ਵੀ ਬਣਾਈ ਸੀ, ਉਹ ਖੁਦ ਨੂੰ ਨਹੀਂ ਚੰਗੀ ਲੱਗੀ। ਕੱਲ ਵੀ ਪੁੱਛ ਰਿਹਾ ਸੀ ਪੱਤਰਕਾਰ ਸਵਾਲ ਵੀ ਇਹ ਕੜੀ ਜਿਹੜੀ ਹੈ ਜੀ ਉਹ ਖਾਲੀ ਹੋ ਗਈ ਹੁਣ ਤਾਂ ਜੀ, ਦੇਖੋ ਬਿਲਕੁਲ ਖਾਲੀ ਹੋ ਚੁੱਕੀ ਹੈ। ਤੇ ਉਹ ਪੁੱਛ ਰਹੇ ਸੀ ਵੀ ਕੜੀ ਦਾ ਜਿਹੜਾ ਹੈਗਾ, ਕਿਉਂਕਿ ਕੜੀ ਪਕੌੜਿਆਂ ਤੋਂ ਬਿਨਾਂ ਨਹੀਂ। ਜੀ ਜੀ ਹਾਂਜੀ ਹਾਂਜੀ। ਸਰੋਂ ਦਾ ਤੇਲ ਦੀ ਕੁਆਲਿਟੀ ਹੈ, ਸਰੋਂ ਦਾ ਤੇਲ ਆਪਾਂ ਦੇਸੀ ਬਜ਼ੁਰਗ ਸਾਡੇ ਪੀਂਦੇ ਰਹੇ ਆ, ਪੀਣਾ ਚਾਹੀਦਾ। ਹਾਂਜੀ। ਤੇ ਅੱਜ ਕੱਲ੍ਹ ਵੈਸੇ ਪੀਣ ਨਹੀਂ ਹੁੰਦਾ, ਤਾਂ ਘਿਓ ਵੀ ਨਹੀਂ ਖਾਂਦੇ, ਡਾਕਟਰ ਪਹਿਲੇ ਮਨਾ ਕਰ ਦਿੰਦੇ ਆ। ਸਰੋਂ ਦਾ ਤੇਲ ਅੱਛੀ ਚੀਜ਼ ਹੈ ਜੀ, ਉਹਨਾਂ ਜਿਹੜੀਆਂ ਬਿਮਾਰੀਆਂ, ਦਿਲ ਦੀਆਂ ਬਿਮਾਰੀਆਂ, ਹੋਰ ਚੀਜ਼ਾਂ ਹੈਗੀਆਂ। ਰਿਫਾਈਨਡ ਪਾਮ ਆਇਲ ਤੋਂ ਬਣਦਾ ਜੀ। ਹੁਣ ਪਾਮ ਆਇਲ ਉਹ ਪੈਂਦਾ 50-60 ਰੁਪਏ ਲੀਟਰ, ਇਹ ਪੈਂਦਾ 130 ਰੁਪਏ ਲੀਟਰ, ਉਹ ਚੀਜ਼ ਦਾ ਫਰਕ ਹੈ ਜੀ। ਮੈਂ ਸਨੀ ਸਿੰਘ ਭਾਜੀ ਦੀ ਇੱਕ ਹੋਰ ਖੂਬੀ ਦੱਸਦਾ। ਇੱਕ ਪਹਿਲੇ ਜਦੋਂ ਅਸੀਂ ਆਏ ਆ, ਲੇਡੀ ਖੜੀ ਸੀ, ਕਹਿੰਦੀ ਚਾਵਲ ਦੇ ਦਿਓ। ਆਮ ਤੌਰ ਤੇ ਜਿਹੜੀਆਂ ਯੂਨੀਅਨਾਂ ਦੇ ਪ੍ਰਧਾਨਾਂ ਨੇ ਭਾਜੀ ਹੋਰਾਂ ਨੂੰ ਮਨਾ ਕੀਤਾ ਹੈ ਨਾ ਵੀ ਇੱਥੇ ਰੇਹੜੀ ਨਹੀਂ ਜੀ ਲਾਉਣੀ, ਜਾਂ ਇੱਥੇ ਤੁਸੀਂ ਖੜ ਨਹੀਂ ਸਕਦੇ, ਤੇ ਉਹਨਾਂ ਕੋਲ ਜਾ ਕੇ ਦੇਖਿਓ, ਡਾਂਗ ਚੱਕ ਲੈਂਦੇ ਆ ਜਾਂ ਫਿਰ ਗਾਲਾਂ ਕੱਢ ਕੇ ਭੇਜਦੇ ਆ। ਲੇਡੀ ਖੜੇ ਸੀ, ਕਹਿੰਦੇ ਜੀ ਚਾਵਲ ਦੇ ਦਿਓ ਜੀ ਥੋੜ੍ਹੇ ਜਿਹੇ, ਪੈਸੇ ਨਹੀਂ ਲਏ, ਭਾਜੀ ਨੇ ਦਿੱਤੇ। ਇੱਕ ਬੰਦਾ ਇੱਥੇ ਆਇਆ ਹੁਣੇ, ਕਹਿੰਦਾ ਭਾਜੀ ਕੀ ਮਤਲਬ ਕਿ ਇਹ ਤੁਸੀਂ ਵੇਚ ਰਹੇ ਹੋ ਜਾਂ ਦਾਨ ਕਰ ਰਹੇ ਹੋ? ਭਾਜੀ ਕਹਿੰਦੇ ਵੇਚ ਰਹੇ ਹਾਂ, ਵਾਪਸ ਚੱਲਿਆ ਸੀ। ਤੇ ਭਾਜੀ ਨੇ ਕਿਹਾ ਵੀ ਨਹੀਂ, ਜੇ ਤੁਸੀਂ ਖਾਣਾ ਚਾਹੁੰਦੇ ਹੋ ਤਾਂ ਖਾਓ, ਪੈਸੇ ਨਹੀਂ ਲੈਣੇ। ਤੇ ਇਹ ਆ ਸਿੱਖਾਂ ਦੀ ਖਾਸੀਅਤ। ਹੁਣ ਭਾਜੀ ਕਹਿ ਦਿੰਦੇ ਵੀ ਇਹ ਤਾਂ ਗੈਰ ਪੰਜਾਬੀ ਹੈ ਬੰਦਾ, ਉਹ ਵੀ ਗੈਰ ਪੰਜਾਬਣ ਸੀ, ਬਈ ਨਹੀਂ ਜੀ ਅਸੀਂ ਨਹੀਂ ਇਹ ਕਰਨਾ। ਹਾਲਾਂਕਿ ਗੈਰ ਪੰਜਾਬੀ ਨਾਲ ਤੁਹਾਡੇ ਨਾਲ ਧੱਕਾ ਕੀਤਾ ਭਾਜੀ। ਮੈਨੂੰ ਇਹ ਹੋਇਆ ਨੇ, ਜਦੋਂ ਧੱਕਾ ਮੇਰੇ ਨਾਲ ਹੋਇਆ ਤਾਂ ਸਮਾਨ ਮੈਂ ਘਰੇ ਇੱਕ ਦਿਨ ਤਾਂ ਲੈ ਗਿਆ, ਉਹ ਘਰੇ ਲੈ ਗਿਆ ਤਾਂ ਦਾਨੀ ਦਾ ਵੀ, ਮੇਰੀ ਸੱਸ ਦਾ ਤੇ ਵਾਈਫ ਦਾ ਵੀ ਮੂੰਹ ਇੰਨਾ ਜਿਹਾ ਹੋ ਗਿਆ ਵੀ ਸਮਾਨ ਘਰੇ ਵਾਪਸ ਆ ਗਿਆ। ਫਿਰ ਸਟੋਰ ਕਿਵੇਂ ਕਰਨਾ, ਤੇ ਇਹ ਖਾਣ ਪੀਣ ਵਾਲਾ ਸਮਾਨ ਅਗਲੇ ਦਿਨ ਵਰਤੋਂ 'ਚ ਨਹੀਂ ਆਉਣਾ। ਉਹ ਦਿਨ ਅਸੀਂ ਰੱਖਿਆ ਵੀ ਉਹ ਆਲੇ ਦੁਆਲੇ ਗਵੰਡੀਆਂ 'ਚ ਵੰਡਿਆ। ਅਗਲੇ ਦਿਨ ਤੋਂ ਫਿਰ ਮੈਂ ਸੋਚਿਆ ਵੀ ਸਮਾਨ ਘਰੇ ਨਹੀਂ ਲੈ ਕੇ ਜਾਣਾ, ਇੱਕ ਬੋਝ ਐਕਸਟਰਾ ਵੱਧਦਾ ਹੈਗਾ। ਤੇ ਉਹਦਾ ਫਿਰ ਅਸੀਂ ਕੀ ਕੀਤਾ ਵੀ ਸਮਾਨ ਵੰਡ ਕੇ ਜਾਂਦੇ ਰਹੇ। ਇਹ ਸਮਾਨ ਮੈਂ ਮਿਹਨਤਾਂ ਕਰ ਕਰਕੇ ਸਿਖਾਇਆ ਹੈ। ਤੇ ਹੁਣ ਜਿੱਥੇ ਮੈਂ ਮਿਹਨਤਾਂ ਕਰਕੇ ਵੰਡਦਾ ਸੀਗਾ, ਅੱਜ ਜੇ ਮੇਰੇ ਕੋ ਆ ਕੇ ਇੱਕ ਜਾਂ ਦੋ ਜਗ੍ਹਾ ਕਿ ਇੱਥੇ ਝੁੱਗੀਆਂ ਵਾਲੇ ਬੱਚੇ ਰਹਿੰਦੇ ਆ, ਉਹ ਮੇਰੇ ਕੋਲ ਰੋਜ਼ ਆ ਜਾਂਦੇ ਆ। ਮੇਰੀ ਸ਼ੁਰੂਆਤ ਹੀ ਉੱਥੋਂ ਹੁੰਦੀ ਹੈ। ਨਹੀਂ ਤਾਂ ਲੋਕ ਕਹਿੰਦੇ ਹਜੇ ਬੋਣੀ ਨਹੀਂ ਕੀਤੀ, ਮੈਂ ਕਹਿੰਦਾ ਬੋਣੀ ਛੱਡੋ, ਖਾ ਗਿਆ ਬੋਣੀ ਹੋ ਗਈ, ਬਾਬੇ ਦੇ ਘਰੇ ਚਲ ਗਿਆ ਬੋਣੀ ਹੋ ਗਈ। ਬਹੁਤ ਚੰਗੀ ਗੱਲ ਹੈ। ਤੇ ਇਹ ਇੱਕ ਪੜ੍ਹੇ ਲਿਖੇ ਬੰਦੇ ਦੇ ਗੁਣ ਨੇ। ਮੈਂ ਕਹਿੰਦਾ ਪੜ੍ਹੇ ਲਿਖੇ ਦੇ ਵੀ ਛੱਡੋ, ਅਨਪੜ੍ਹ ਵੀ ਹੁੰਦਾ, ਪਰ ਇੱਕ ਸਿੱਖ ਦੇ ਗੁਣ ਨੇ। ਇੱਕ ਦੁਨਿਆਵੀ ਪੜ੍ਹਾਈ ਨਾਲੋਂ ਜੋ ਸਾਡੀ ਰੂਹਾਨੀਅਤ, ਜੋ ਸਾਡੇ ਗੁਰੂਆਂ ਨੇ ਵਿਚਾਰ ਬਖਸ਼ੇ ਨੇ, ਜੋ ਸਾਡੇ ਗੁਰੂਆਂ ਨੇ ਕਿਰਤ ਕਰਨ ਦਾ ਸਾਨੂੰ ਤਰੀਕਾ ਦੱਸਿਆ, ਵੰਡ ਕੇ ਛਕਣ ਦਾ ਤਰੀਕਾ ਦੱਸਿਆ, ਤਾਂ ਉਹ ਗੁਣਾਂ ਦੇ ਵਿੱਚੋਂ ਇਹ ਗੁਣ ਪੈਦਾ ਹੋਇਆ। ਮੰਨਦੇ ਹੋ ਭਾਜੀ? ਬਿਲਕੁਲ ਜੀ, ਬਾਬੇ ਦੀ ਕਿਰਪਾ ਜੀ, ਬਿਲਕੁਲ ਜੀ। ਕਿਉਂਕਿ ਇਹ ਚੀਜ਼ ਨਾ ਸਾਡੇ ਅੰਦਰ ਬਸੀ। ਕਿਉਂਕਿ ਕੱਲ ਵੀ ਮੈਨੂੰ ਇੱਕ ਸਵਾਲ ਸੀਗਾ ਵੀ ਪੰਜਾਬੀ ਵੀ ਇਹ ਮਿਹਨਤ ਕਰਨ ਤੋਂ ਟਲਦੇ ਨੇ, ਕਾਰਨ ਕੀ ਹੈਗਾ? ਕਾਰਨ ਉਹਦੇ ਪਿੱਛੇ ਸਾਡਾ ਕਿੱਡਾ ਟਾਈਮ ਵਾਰ ਜ਼ੋਨ ਰਿਹਾ, ਜੰਗ ਦਾ ਮੈਦਾਨ ਰਿਹਾ। ਇੱਕ ਗੇਟ ਹੁੰਦਾ ਸੀ, ਦੁਆਰ ਹੁੰਦਾ ਵੀ ਇੱਥੋਂ ਐਂਟਰ ਕਰਕੇ ਆਉਂਦੇ ਸੀ, ਐਂਟਰੈਂਸ ਪੁਆਇੰਟ ਰਿਹਾ ਪੰਜਾਬ। ਮੈਂ ਯੂਨਾਈਟਿਡ ਪੰਜਾਬ ਦੀ ਗੱਲ ਕਰਦਾ।
ਤੇ ਉਹ ਲੋਕਾਂ ਦੇ ਵਿੱਚ ਉਹ ਚੀਜ਼ ਬਣ ਗਈ। ਮੈਨੂੰ ਯਾਦ ਹੈ ਮੈਂ 12ਵੀਂ 'ਚ ਪੜ੍ਹਦਾ ਸੀ ਤੇ ਸਾਨੂੰ ਕਹਾਵਤ ਹੁੰਦੀ ਸੀ, ਉੱਥੇ ਪੜ੍ਹਦੇ ਸੀ ਕਿ ਖਾਦਾ ਪੀਤਾ ਲਾਹੇ ਦਾ ਬਾਕੀ ਅਹਿਮਦ ਸ਼ਾਇਦ। ਉਹ ਤਾਂ ਬੇਪਰਵਾਹ ਜਿਹੇ ਬੰਦੇ ਆ, ਪਰਵਾਹ ਹੀ ਨਹੀਂ ਕਰਦੇ, ਠੀਕ ਹੈ ਜੀ। ਕਿਤੇ ਅੱਗੇ ਪਿੱਛੇ ਹਿੰਦੀ ਦੀ ਗੱਲ ਚੱਲੀ ਸੀ ਜੀ, ਹਿੰਦੀ ਦਿਵਸ ਮਨਾਉਣਾ, ਕਾਫੀ ਰੌਲਾ ਪਿਆ ਸੀਗਾ, ਤੁਸੀਂ ਵੀ ਸੁਣਿਆ ਹੋਏਗਾ। ਤੇ ਉਹਦੇ ਵਿੱਚ ਸਾਡਾ ਸਵਾਲ ਸੀਗਾ ਵੀ ਹਿੰਦੀ ਵਾਲੇ ਤਾਂ ਸਾਡੇ ਇੱਥੇ ਕੰਮ ਕਰਨ ਆਉਂਦੇ ਨੇ, ਸਹੀ, ਠੀਕ ਹੈ ਜੀ। 3 ਲੈਂਗੁਏਜ ਫਾਰਮੂਲਾ ਲਾਇਆ ਹੋਇਆ ਜੀ, ਤੇ ਹਿੰਦੀ ਵਾਲੇ ਤਾਂ ਸਾਡੇ ਇੱਥੇ ਰੋਜ਼ਗਾਰ ਲੈਣ ਆਉਂਦੇ ਨੇ, ਠੀਕ ਹੈ ਜੀ। ਅਸੀਂ ਨਹੀਂ ਕੰਮ ਕਰੀਦਾ, ਅਸੀਂ ਸਾਡੀ ਜਿਹੜਾ ਵਿਹਲਾਪਣ ਆ ਉਹਨਾਂ ਨੂੰ ਰੋਜ਼ਗਾਰ ਦਿੰਦਾ, ਉਹ ਰੋਜ਼ਗਾਰ ਲੈਣਾ ਦੇ, ਅਸੀਂ ਨਹੀਂ ਜਾਈਦਾ ਹਿੰਦੀ ਸਿੱਖ ਕੇ, ਸਾਨੂੰ ਅਸੀਂ ਕੀ ਕਰਨਾ ਹੈਗਾ ਜੀ ਜੀ। ਸੋ ਇੱਥੇ ਡਿਸਪੋਜ਼ਲ ਦੇ ਵਿੱਚ ਵਰਤਾਈਆਂ ਜਾਂਦੀਆਂ ਤੇ ਭਾਜੀ ਨੇ ਨਾਲ ਹੀ ਕੋਈ ਇੱਥੇ ਸੁੱਟਦਾ ਏ ਤਾਂ ਉਹਨੂੰ ਕਹਿੰਦੇ ਗੰਦ ਨਾ ਪਾਇਓ, ਨਾਲ ਹੀ ਲਿਫਾਫਾ ਲਗਾਇਆ ਹੋਇਆ ਹੈ ਕਾਰ ਦੇ ਨਾਲ, ਤੇ ਉਹਦੇ ਵਿੱਚ ਸਾਰਾ ਜਿਹੜਾ ਹੈਗਾ ਗੰਦ ਵਗੈਰਾ ਪਕਾਉਂਦੇ ਆ, ਕਿਉਂਕਿ ਕੱਲ੍ਹ ਨੂੰ ਇਹ ਨਾ ਹੋਵੇ ਬਈ ਇੱਕ ਸਰਦਾਰ ਖੜਦਾ ਸੀ ਜੀ ਇੱਥੇ ਤੇ ਉਹ ਇੱਥੇ ਗੰਦ ਪਵਾ ਗਿਆ, ਹੈ ਨਾ ਜੀ। ਜਿਹੜੀ ਤੁਸੀਂ ਮੇਰੀ ਗੱਲ ਕਰਦੇ ਸੀ ਨਾ ਜੀ, ਬੰਦਾ ਖਾਣ ਆਇਆ ਪੁੱਛਿਆ ਵੀ ਲੰਗਰ ਹੈ ਜਾਂ ਨਹੀਂ, ਮੈਂ ਉਹਨੂੰ ਖਵਾ ਦਿੱਤਾ, ਉਹ ਕੱਲੀ ਮੇਰੀ ਗੱਲ ਨਹੀਂ ਹੈ ਜੀ, ਇਹ ਖੂਨ 'ਚ ਹੈ ਜੀ ਸਾਰੇ। ਇਹ ਪਿੰਡ ਦੀ ਐਡੀ ਹਸਪੀਟੈਲਿਟੀ ਹੈ। ਮੈਂ ਉਹ ਸਾਈਡ ਤੇ ਖੜਦਾ ਸੀ ਜਿੱਥੋਂ 100-150 ਮੀਟਰ ਅੱਗੇ ਜੀ ਮੈਨੂੰ ਬੰਦੇ ਖਿੱਚ ਕੇ ਇੱਥੇ ਨੂੰ ਲਿਆਏ, ਮੋਹਾਲੀ ਵਾਲੇ ਕਹਿੰਦੇ ਸੀ ਚੱਲ ਚੱਲ ਬਾਹਰ, ਇਹ ਮੈਨੂੰ ਕਹਿੰਦੇ ਅੰਦਰ ਨੂੰ ਆ। ਹੁਣ ਕੁਝ ਬੰਦੇ ਹੋਰ ਆ ਕੇ ਗਏ, ਉਹ ਕਹਿੰਦੇ ਬਾਜ਼ਾਰ ਦੇ ਵਿੱਚ ਖੜੋ ਜੀ। ਇਹ ਖਾਸੀਅਤ ਹੈ, ਇਹ ਜਿਹੜੀ ਆ ਜੀ ਇਹ ਆਓ ਭਗਤ ਹੈ ਜਿਹਨੂੰ ਆਪਾਂ ਵੈਲਕਮ ਕਹਿੰਦੇ ਆ, ਵੀ ਜਿਹੜੀ ਜੀ ਆਇਆਂ ਨੂੰ ਹੈ, ਇਹ ਸਾਡੇ ਖੂਨ 'ਚ ਹੈ ਪੰਜਾਬੀਆਂ ਦੇ। ਇਹ ਮੇਰੀ ਖਾਸੀਅਤ ਨਹੀਂ ਹੈ ਜੀ, ਇਹ ਸਾਡੀ ਸਾਰੇ ਪੰਜਾਬੀਆਂ ਦੀ ਖਾਸੀਅਤ ਹੈ। ਬਿਲਕੁਲ। ਸੋ ਭਾਜੀ ਕੀ ਗੁਜ਼ਾਰਾ ਹੋ ਜਾਂਦਾ ਇੱਥੇ ਖੜ ਕੇ, ਕਿੰਨਾ ਕੁ ਸਮਾਂ ਖੜਦੇ ਹੋ? ਜਿਵੇਂ ਤੁਸੀਂ 2-2.5 ਘੰਟੇ ਖੜਦੇ ਹੋ ਤਾਂ ਠੀਕ। 3 ਵਜੇ ਤੱਕ ਦਾ ਹੈ ਜੀ, 3 ਵਜੇ ਤੱਕ ਮੈਂ 10 ਪਲੇਟਾਂ ਦਾ ਸਮਾਨ ਲੈ ਕੇ ਆਉਂਦਾ ਸੀਗਾ, ਉਹ ਨਿਕਲ ਜਾਂਦੀਆਂ ਸੀਗੀਆਂ। ਮੈਂ ਹੌਲੀ ਹੌਲੀ ਜੀ, ਮੈਨੂੰ 6ਵਾਂ ਦਿਨ ਹੋਇਆ ਜੀ, ਫਿਰ ਹੋਰ ਵਧੇਗਾ, ਤੁਹਾਡੇ ਰਾਹੀਂ ਹੈਲਪ ਹੋ ਜਾਏਗੀ, ਠੀਕ ਹੈ ਜੀ, ਮੀਡੀਆ ਰਾਹੀਂ ਫਿਰ ਹੋਰ ਵਧੇਗਾ ਜੀ, ਫਿਰ ਮੈਂ ਹੌਲੀ ਹੌਲੀ ਵਧਾਉਂਦਾ ਜਾਵਾਂਗਾ ਜੀ। ਇਹ ਸਮਾਨ ਲਗਾਉਣ ਦੇ ਨਾਲੋਂ ਤੁਸੀਂ ਇਹ ਵੀ ਚੀਜ਼ ਦੇਖ ਸਕਦੇ ਸੀ ਵੀ ਮੈਂ ਪੜ੍ਹਿਆ ਲਿਖਿਆ ਯਾਰ, ਮੈਂ ਕਿਤੇ ਨੌਕਰੀ ਦੀ ਖੋਜ ਕਰਾਂ ਜਾਂ ਕੀਤੀ ਨਹੀਂ ਮਿਲੀ, ਇਸ ਤਰ੍ਹਾਂ ਦਾ ਹੋਇਆ? ਭਾਜੀ ਨੌਕਰੀ ਮੈਂ ਨਾ 8 ਘੰਟੇ ਵੱਜ ਕੇ ਜੌਬ ਨਹੀਂ ਕਰਨਾ ਚਾਹੁੰਦਾ। ਮੈਂ ਸਿਰਫ ਇੱਕ ਨੌਕਰੀ ਮੈਨੂੰ ਜਿਹੜੀ ਚੰਗੀ ਲੱਗਦੀ ਸੀ, ਸਿਵਲ ਸਰਵਿਸ ਦੀ ਸੀ, ਜਿਹਦੇ ਵਿੱਚ ਡਿਊਟੀ ਦਾ ਕੋਈ ਵੱਜਵਾਂ ਟਾਈਮ ਨਹੀਂ ਹੁੰਦਾ, ਤੁਸੀਂ ਲੋਕਾਂ ਦੇ ਕੰਮ ਕਰ ਸਕਦੇ ਆ, ਪੜ੍ਹਨ ਲਿਖਣ ਦਾ ਟਾਈਮ ਹੈ, ਤੁਸੀਂ ਲੋਕਾਂ ਦੀ ਸੇਵਾ ਕਰ ਸਕਦੇ ਉਹਦਾ ਕਾਰਨ ਕੀ ਹੈ ਵੀ 8 ਘੰਟੇ ਵੱਜ ਕੇ ਨਹੀਂ ਕੰਮ ਕਰ ਸਕਦੇ ਜੀ? 8 ਘੰਟੇ ਵੱਜ ਕੇ ਤੁਸੀਂ ਕੰਮ ਕਰਦੇ ਆ ਤਾਂ ਉਸ ਤੋਂ ਬਾਅਦ ਤੁਹਾਡੇ ਕੋਲ ਆਪਣਾ ਹੋਰ ਕੁਝ ਕਰਨ ਲਈ ਸਮਾਂ ਨਹੀਂ ਬਚਦਾ, ਕਿਉਂਕਿ ਜਿਹੜੀ ਡਿਊਟੀ ਹੈ ਕਿ ਮੇਰੇ ਕਈ ਸਾਰੇ ਦੋਸਤ ਨੇ ਜਿਹੜੇ ਸਿਵਲ ਸਰਵਿਸ ਦੀ ਤਿਆਰੀ ਕਰਦੇ ਸੀ, ਕਿਸੇ ਹੋਰ ਨੌਕਰੀਆਂ ਦੇ ਵਿੱਚ ਸਿਲੈਕਸ਼ਨ ਹੋ ਗਈ, ਪਰ ਜਦੋਂ ਨੌਕਰੀਆਂ ਸਿਲੈਕਸ਼ਨ ਹੋ ਗਈ, ਕਿਤੇ ਬੈਂਕ ਚਲੇ ਗਿਆ ਜਾਂ ਕਿਸੇ ਹੋਰ ਫੀਲਡ ਚਲੇ ਗਏ, ਉਹ ਮੁੜ ਕੇ ਸਿਵਲ ਸਰਵਿਸ ਭੁੱਲ ਗਈ, ਛੱਡ ਗਏ, ਠੀਕ ਹੈ ਜੀ। ਤੇ ਉਹ ਚੀਜ਼ ਮੈਨੂੰ ਸੀਗੀ ਮੇਨ। ਦੂਸਰਾ ਮੈਨੂੰ ਇਹ ਸੀਗਾ ਵੀ ਆਪਾਂ ਕਿਸੇ ਦੀ ਪੋਸਟ ਕਿਉਂ ਮਾਰਨੀ ਹੈ, ਜਦ ਮੈਂ ਸਿਵਲ ਸਰਵਿਸ ਹੀ ਜੁਆਇਨ ਕਰਨੀ, ਅੱਜ ਨਹੀਂ ਤਾਂ ਸਾਲ ਬਾਅਦ ਕਰ ਲੈਣੀ ਹੈਗੀ ਆ, ਅੱਜ ਮੈਂ ਪੋਸਟ ਲੈ ਲਾਂਗਾ ਤੇ ਮੈਂ ਛੱਡ ਕੇ ਅੱਗੇ ਚਲਾ ਜਾਵਾਂਗਾ, ਮੈਂ ਪੋਸਟ ਕਿਉਂ ਖਰਾਬ ਕਰਨੀ ਹੈਗੀ। ਘਰ ਤੋਂ ਐਵੇਂ ਦਾ ਤਾਂ ਨਹੀਂ ਸੀਗਾ ਮਿਸਿਸ ਦੇ ਵੱਲੋਂ ਜਾਂ ਸਾਡੀ ਭੈਣ ਦੇ ਵੱਲੋਂ ਬਈ ਨਹੀਂ ਜੀ ਤੁਸੀਂ ਹੁਣ ਡਬਲ ਐਮਏ ਕਰ ਗਏ ਹੋ, ਤੁਸੀਂ ਕਿੱਥੇ ਕੜੀ ਝੋਲ ਲਾਉਂਦੇ ਫਿਰੋਗੇ, ਨਹੀਂ ਕਰਨਾ ਹੈ? ਨਹੀਂ ਜੀ, ਉਹਨਾਂ ਦੇ ਵੀ ਫਾਈਨਲ ਈਅਰ ਐਮਏ ਦੇ ਇੰਗਲਿਸ਼ ਦੇ ਐਗਜ਼ਾਮ ਰਹਿੰਦੇ ਆ, ਤੇ ਲਾਕਡਾਊਨ ਕਰਕੇ ਰੁਕੇ ਹੋਏ, ਹੁਣ ਅੱਗੇ ਹੋਣਗੇ ਤਾਂ ਉਹ ਵੀ ਦੇਣਗੇ। ਨਹੀਂ, ਇਸ ਤਰ੍ਹਾਂ ਦਾ ਕੋਈ ਫਰਕ ਨਹੀਂ ਹੈ ਜੀ। ਪਹਿਲਾਂ ਅਸੀਂ ਟਿਫਨ ਸਰਵਿਸ ਦਾ ਸੋਚਿਆ ਸੀਗਾ ਵੀ ਟਿਫਨ ਸਰਵਿਸ ਦਾ ਕੰਮ ਕਰ ਲਾਂਗੇ, ਤੇ ਟਿਊਸ਼ਨ ਵਾਲਾ ਤਾਂ ਪਤਾ ਲੱਗ ਗਿਆ ਸੀ ਵੀ ਮਾਰਚ ਤੋਂ ਅਪ੍ਰੈਲ ਤੋਂ ਵੀ ਹੁਣ ਇਹ ਨਹੀਂ ਹੋਣਾ, ਹੁਣ ਪਹਿਲੇ ਮਹੀਨੇ 'ਚ ਪਤਾ ਲੱਗ ਗਿਆ ਸੀ, ਤੇ ਉਹ ਕਹਿੰਦੇ ਵੀ ਅਸੀਂ ਟਿਫਨ ਦਾ ਕਰਾਂਗੇ, ਬਟ ਟਿਫਨ ਵਾਲਾ ਵੀ ਨਹੀਂ ਹੋਇਆ ਕੰਮ, ਕਿਉਂਕਿ ਜਿੰਨੇ ਸਟੂਡੈਂਟ ਸੀਗੇ ਜਾਂ ਫਿਰ ਜਿਹੜੇ ਪੀਜੀ 'ਚ ਰਹਿਣ ਵਾਲੇ ਸੀ ਉਹ ਵਾਪਸ ਚਲੇ ਗਏ, ਟਿਫਨ ਦਾ ਕੰਮ ਵੀ ਨਹੀਂ ਚੱਲਿਆ। ਸਬਜ਼ੀ ਦਾ ਵੀ ਸੋਚਿਆ ਸੀਗਾ, ਦੁੱਧ ਦਾ ਵੀ ਕੰਮ ਸੋਚਿਆ ਸੀਗਾ, ਪਰ ਇਹ ਸੂਟੇਬਲ ਲੱਗਿਆ, ਪੜ੍ਹਨ ਲਈ ਟਾਈਮ ਮਿਲ ਜਾਂਦਾ। ਇੱਥੇ ਵੀ ਕਿ ਮੈਂ ਬੈਠਾ ਹੁੰਦਾ ਤਾਂ ਮੈਂ ਫੋਨ ਤੇ ਕੁਛ ਨਾ ਕੁਛ ਪੜ੍ਹ ਲੈਂਦਾ। ਦੁੱਖ ਹੋਇਆ, ਅਫਸੋਸ ਹੋਇਆ ਭਾਜੀ ਵੀ ਤੁਹਾਨੂੰ ਮਤਲਬ ਕਿ ਉਹਨਾਂ ਨੇ ਮਨਾ ਕੀਤਾ। ਚਲੋ ਇੱਕ ਇੱਥੇ ਆ ਕੇ ਤੁਸੀਂ ਆਏ ਹੋ ਤਾਂ ਇੱਥੇ ਗਾਹਕ ਆ ਰਹੇ ਨੇ, ਇਹ ਦੇਖ ਕੇ ਖੁਸ਼ੀ ਵੀ ਹੋਈ, ਤੇ ਅਸੀਂ ਤੁਹਾਡੇ ਚੰਗੇ ਜੀਵਨ ਦੀ, ਚੰਗੇ ਭਵਿੱਖ ਦੀ ਕਾਮਨਾ ਕਰਦੇ ਹਾਂ। ਧੰਨਵਾਦ ਜੀ। ਜੀ। ਸੋ ਇਹ ਸਨ ਸਨੀ ਸਿੰਘ ਜੀ, ਜਿਹੜੇ ਇੱਕ ਗੁਰੂ ਨਾਨਕ ਦੀ ਕਿਰਤ ਹੀ ਨਹੀਂ ਕਰ ਰਹੇ, ਬਾਕੀ ਨੌਜਵਾਨਾਂ ਦੇ ਲਈ ਸੇਧ ਨੇ ਭਾਜੀ, ਤੇ ਸੇਧ ਜ਼ਰੂਰ ਲੈਣੀ ਚਾਹੀਦੀ ਹੈ ਵੀ ਯਾਰ ਨਹੀਂ, ਜਦੋਂ ਆਪਾਂ ਨੂੰ ਕਿਰਤ ਦੀ ਉਹ ਗੱਲ ਕੀਤੀ ਹੋਈ ਤਾਂ ਕਿਰਤ ਕਿਸੇ ਵੀ ਤਰ੍ਹਾਂ ਦੀ ਕੀਤੀ ਜਾ ਸਕਦੀ ਹੈ। ਵੱਡੀ ਕੁਰਸੀ ਤੇ ਬੈਠ ਕੇ ਹੀ ਪੈਸੇ ਕਮਾਉਣਾ ਕਿਰਤ ਨਹੀਂ ਹੈ। ਅਸਲ ਦੇ ਵਿੱਚ ਗਰਾਊਂਡ ਦੇ ਵਿੱਚ ਰਹਿ ਕੇ, ਜੇ ਮਨੁੱਖ ਨੂੰ ਪਰਮਾਤਮਾ ਜਿਵੇਂ ਜਿਵੇਂ ਦਿੰਦਾ ਠੀਕ ਹੈ, ਪਰ ਜੇ ਅਜਿਹਾ ਦੌਰ ਆਉਂਦਾ ਹੈ ਤਾਂ ਸਾਨੂੰ ਮਿਹਨਤ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ, ਤੇ ਉਹ ਸਨੀ ਸਿੰਘ ਜੀ ਨੇ ਡਬਲ ਐਮਏ ਹੋ ਕੇ ਵੀ ਕਰਕੇ ਦਿਖਾਇਆ ਹੈ, ਸਿਵਲ ਸਰਵਿਸਿਜ਼ ਦੀ ਤਿਆਰੀ ਕਰ ਰਹੇ ਨੇ। ਸੋ ਅਸੀਂ ਇਹਨਾਂ ਨੂੰ ਮੁਬਾਰਕਾਂ ਵੀ ਦਿੰਦੇ ਹਾਂ, ਤੇ ਨੌਜਵਾਨ ਭਰਾਵਾਂ ਨੂੰ, ਵੀਰਾਂ ਨੂੰ ਜ਼ਰੂਰ ਬੇਨਤੀ ਅਪੀਲ ਕਰਾਂਗੇ ਵੀ ਜ਼ਰੂਰ ਇਹਨਾਂ ਤੋਂ ਸੇਧ ਲਈ ਜਾਵੇ, ਤੇ ਬਾਕੀ ਸਰਕਾਰਾਂ ਅੱਗੇ ਗੁਜ਼ਾਰਿਸ਼ ਜ਼ਰੂਰ ਕਰਾਂਗੇ, ਤੇ ਉਹਨਾਂ ਲੀਡਰਾਂ ਅੱਗੇ ਵੀ ਜਿਹੜੇ ਵੋਟਾਂ ਤੋਂ ਪਹਿਲਾਂ ਲੋਕਾਂ ਦੀ ਸੇਵਾ ਦਾ, ਲੋਕਾਂ ਨੂੰ ਚੰਗੀ ਸੇਧ ਦਾ, ਲੋਕਾਂ ਨੂੰ ਚੰਗੀਆਂ ਨੌਕਰੀਆਂ ਦਾ, ਘਰ ਘਰ ਨੌਕਰੀ ਦਾ ਗੱਲ ਕਹਿੰਦੇ ਨੇ, ਤੇ ਅਜਿਹੀਆਂ ਚੀਜ਼ਾਂ ਦਾ ਠੇਕਾ ਲੈਣ ਦੀ ਜ਼ਿੰਮੇਵਾਰੀ ਲੈ ਲੈਂਦੇ ਨੇ, ਫਿਰ ਉਹ ਲੋਕਾਂ ਨੂੰ ਜ਼ਰੂਰ ਸਮਝਣਾ ਚਾਹੀਦਾ ਹੈ। ਉਹ ਲੋਕਾਂ ਅੱਗੇ ਸਵਾਲ ਜ਼ਰੂਰ ਖੜੇ ਹੁੰਦੇ ਨੇ, ਪਰ ਅਸੀਂ ਸਨੀ ਸਿੰਘ ਜੀ ਨੂੰ ਇੱਕ ਵਾਰ ਫਿਰ ਤੋਂ ਦਿਲੋਂ ਸਲਾਮ ਸਲੂਟ ਜ਼ਰੂਰ ਕਰਦੇ ਹਾਂ। ਸੱਜਣ ਸਿੰਘ ਸੈਣੀ ਦੇ ਨਾਲ ਜਗਦੀਪ ਸਿੰਘ ਥਲੀ, ਪੰਜਾਬੀ ਲੋਕ ਚੈਨਲ, ਮੁੱਲਾਂਪੁਰ।